सर करा स्टार्ट। हाँ जी मैडम। हाँ जी ठीक है सर, थैंक यू। वेलकम सारिਆਂ ਦਾ। मैं दलजीत कौर सरफेस ऑर्नामेंटेशन ਦੀ इंस्ट्रक्टर गवर्नमेंट ITI वूमन ਰੋਪੜ ਤੋਂ बोल रही हाँ। ठीक है, ਅੱਜ ਦਾ जो टॉपिक हैगा वो हैगा टीचर ट्रेनिंग वास्ते स्कूल रिकॉर्ड्स एंड रजिस्टर्स। ਹੁਣ ਜਿਵੇਂ ਕਿ ਮੈਂ ITI ਇਸਤਰੀਆਂ ਰੋਪੜ ਦੇ ਵਿੱਚ ਟੀਚਰ ਇੰਸਟ੍ਰਕਟਰ ਕੰਮ ਕਰਦੀ ਹਾਂ, ਤਾਂ ਉੱਥੇ ਸਾਡੇ ਕੋਲ 4 ਕੋਰਸ ਚੱਲਦੇ ਆ। ਸਿੰਕ ਟੈਕਨੋਲੋਜੀ, ਸਰਫੇਸ ornament, ਕੋਪਾ ਬੇਸਿਕ ਕਾਸਮੈਟੋਲੋਜੀ। ਔਰ ਇਹਦੇ ਰਿਗਾਰਡਿੰਗ ਅਗਰ ਬੱਚੇ ਐਡਮਿਸ਼ਨਸ ਜਾਂ ਕਿਸੇ ਹੋਰ ਚੀਜ਼ ਬਾਰੇ ਕੋਰਸਿਸ ਬਾਰੇ ਪਤਾ ਕਰਨਾ ਚਾਹੁੰਦੇ ਆ ਤਾਂ ਉਹ ਉੱਪਰ ਦਿੱਤੇ ਕੰਟੈਕਟ ਨੰਬਰ ਤੇ ਸੰਪਰਕ ਕਰ ਸਕਦੇ ਆ। ਜਿਵੇਂ ਕਿ ਹੁਣ ਅਸੀਂ ਸਾਰੇ ਜਣੇ ਬਾਰ-ਬਾਰ ਤੁਹਾਨੂੰ ਦੱਸ ਰਹੇ ਹਾਂ ਕਿ ਕਰੋਨਾ ਜੋ ਹੈ ਜਿਹਦੇ ਕਰਕੇ ਲੋਕਡਾਊਨ ਸੀ ਔਰ ਆਪਾਂ ਘਰਾਂ ਵਿੱਚ ਬੈਠ ਕੇ ਆਨਲਾਈਨ ਸਟੱਡੀ ਕਰ ਰਹੇ ਹਾਂ। ਕੋਈ ਕਾਫੀ ਡੇਂਜਰਸ ਜਿਹੜੀ ਹੈ ਇਹ ਬਿਮਾਰੀ ਹੈ ਜਿਹਦੇ ਕਰਕੇ ਆਪਾਂ ਘਰਾਂ ਵਿੱਚ ਸਾਰੇ ਬੈਠੇ ਹਾਂ ਔਰ ਆਨਲਾਈਨ ਸਟੱਡੀ ਕਰ ਰਹੇ ਹਾਂ। ਸਾਡੀ ਜਿਹਦੇ ਕਰਕੇ ਸਟੱਡੀ ਵੀ ਥੋੜੀ ਇਫੈਕਟ ਹੋਈ ਹੈ। ਔਰ ਜਿਵੇਂ ਕਿ ਮਿਸ਼ਨ ਫਤਿਹ ਦੇ ਤਹਿਤ ਅਸੀਂ ਕੰਮ ਕਰ ਰਹੇ ਹਾਂ, ਤਾਂ ਆਪਾਂ ਸਭ ਨੇ ਕੀ ਕਰਨਾ ਹੈ, ਕੋਵਾ ਐਪ ਜੋ ਹੈ ਆਪਣੇ ਮੋਬਾਈਲ ਦੇ ਉੱਪਰ ਸਭ ਨੇ ਡਾਊਨਲੋਡ ਕਰਨਾ ਹੈ ਔਰ ਮਿਸ਼ਨ ਫਤਿਹ ਨੂੰ ਜੋ ਹੈ ਸਕਸੈਸਫੁਲ ਬਣਾਉਣਾ ਹੈ। ਠੀਕ ਹੈ, ਔਰ ਕੀ ਕਰਨਾ ਹੈ, ਘਰ ਦੇ ਅੰਦਰ ਹੀ ਰਹਿਣਾ ਹੈ, ਘਰ ਤੋਂ ਬਾਹਰ ਨਹੀਂ ਜਾਣਾ। ਜੇ ਘਰ ਦੇ ਬਾਹਰ ਜਾਣ ਦੀ ਲੋੜ ਪੈਂਦੀ ਵੀ ਹੈ ਤਾਂ ਅਸੀਂ ਮਾਸਕ ਦਾ ਯੂਜ਼ ਕਰਨਾ ਹੈ, ਡਿਸਟੈਂਸ ਮੇਨਟੇਨ ਕਰਕੇ ਰੱਖਣੀ ਹੈ, ਅਨਨੋਨ ਪਰਸਨ ਦੇ ਨਾਲ ਆਪਾਂ ਡਿਸਟੈਂਸ ਮੇਨਟੇਨ ਰੱਖਣੀ ਹੈ, ਹੱਥ ਨੂੰ ਬਾਰ-ਬਾਰ ਧੋਣਾ ਹੈ। ਔਰ ਕੀ ਹੈ, ਅਗਰ ਸਾਨੂੰ ਲੱਛਣ ਦਿਖਦੇ ਆ ਜਿਵੇਂ ਬੁਖਾਰ, ਖਾਂਸੀ, ਥਕਾਵਟ, ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ ਤਾਂ ਅਸੀਂ ਕੀ ਹੈ ਸੰਪਰਕ ਕਰਨਾ 104 ਨੰਬਰ ਤੇ। ਠੀਕ ਹੈ, ਔਰ ਅਵੇਅਰ ਰਹਿਣਾ ਇਹਦੇ ਲਈ ਆਪ ਵੀ ਔਰ ਆਪਣੇ ਪੈਰੈਂਟਸ ਨੂੰ, ਰਿਸ਼ਤੇਦਾਰਾਂ ਨੂੰ, ਸਭ ਨੂੰ ਕੀ ਹੈ ਇਹਦੇ ਵਾਸਤੇ ਅਵੇਅਰ ਕਰਨਾ। ਹੁਣ ਜਿਵੇਂ ਕਿ ਮੇਰਾ ਟੌਪਿਕ ਹੈਗਾ, ਤੁਹਾਡਾ ਚੈਪਟਰ ਹੈ ਟੀਚਰ ਟ੍ਰੇਨਿੰਗ ਦੇ ਵਿੱਚ ਸਕੂਲ ਰਿਕਾਰਡ ਅਤੇ ਰਜਿਸਟਰ। ਠੀਕ ਹੈ, ਹੁਣ ਇੱਕ ਸਕੂਲ ਹੈ, ਅਗਰ ਕੋਈ ਚੱਲ ਰਿਹਾ ਤਾਂ ਉੱਥੇ ਕੀ ਹੁੰਦਾ ਹੈ, ਉਹਨਾਂ ਕੋਲ ਰਿਕਾਰਡਸ ਹੁੰਦੇ ਆ ਔਰ ਕੀ ਹੁੰਦੇ ਆ, ਰਜਿਸਟਰਸ ਹੁੰਦੇ ਆ, ਜਿਹਦੇ ਤੋਂ ਕੀ ਹੈ ਸਾਰੀ ਇਨਫੋਰਮੇਸ਼ਨ ਸਕੂਲ ਬਾਰੇ ਮਿਲਦੀ ਰਹਿੰਦੀ ਹੈ ਨਾ, ਸਟੂਡੈਂਟਸ ਬਾਰੇ ਵੀ ਮਿਲਦੀ ਹੈ, ਟੀਚਰ ਬਾਰੇ ਵੀ ਮਿਲਦੀ ਹੈ ਔਰ ਜਿਹੜੇ ਉੱਥੇ ਕੰਮ ਹੁੰਦੇ, ਐਕਟੀਵਿਟੀਜ਼ ਹੁੰਦੀਆਂ, ਜੋ ਵੀ ਚੱਲਦਾ ਸਾਨੂੰ ਉਹਨਾਂ ਬਾਰੇ ਪਤਾ ਲੱਗਦਾ। ਤਾਂ ਹੁਣ ਮੈਂ ਤੁਹਾਨੂੰ ਦੱਸੂਗੀ ਕੀ ਹੁੰਦੇ ਆ ਰਿਕਾਰਡਸ ਔਰ ਕੀ ਹੁੰਦੇ ਆ ਰਜਿਸਟਰਸ। ਰਿਕਾਰਡ ਕੀ ਹੁੰਦੇ ਆ, ਜਦੋਂ ਆਪਾਂ ਵਿਦਿਆਰਥੀਆਂ ਦੇ ਉਦੇਸ਼ਾਂ ਦੀ ਉન્નਤੀ ਔਰ ਪੂਰਤੀ ਲਈ ਜਿਹੜੀ ਰਜਿਸਟਰਸ ਹੁੰਦੇ ਨੇ, ਜਿਨ੍ਹਾਂ ਦੇ ਉੱਪਰ ਅਸੀਂ ਲਿਖ ਕੇ ਕੋਈ ਰਿਕਾਰਡ ਮੇਨਟੇਨ ਕਰ ਲੈਂਦੇ ਆ, ਉਹਨਾਂ ਨੂੰ ਕਿਆ ਬੋਲਦੇ ਆ, ਰਿਕਾਰਡ। यानी कि किसी रजिस्टर ऊपर कुछ भी इंफॉर्मेशन ਨੂੰ ਲਿਖ ਕੇ ਐਜ਼ ਅ ਰਿਕਾਰਡ ਦੇ ਤੌਰ ਤੇ ਆਪਣੇ ਕੋਲ ਸੇਵ ਕਰਕੇ ਰੱਖ ਲੈਂਦੇ ਆ, ਉਹ ਕੀ ਹੁੰਦੇ ਆ, ਰਿਕਾਰਡਸ। ਠੀਕ ਹੈ, ਜਿਵੇਂ ਸਕੂਲ ਦੀਆਂ ਚੀਜ਼ਾਂ ਦਾ ਰਿਕਾਰਡ ਹੋਣਾ ਬਹੁਤ ਜ਼ਰੂਰੀ ਹੈ। ਇੱਕ ਸਕੂਲ ਹੈ, ਅਗਰ ਉਹ ਚੱਲ ਰਿਹਾ ਹੈ ਤਾਂ ਉਹਦੇ ਕੋਲ ਕੀ ਹੈ, ਰਿਕਾਰਡ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਠੀਕ ਹੈ, ਪਹਿਲਾ ਰਿਕਾਰਡ ਮੁੱਖ ਅਧਿਆਪਕ ਰੱਖਦੇ ਸਨ, ਪਰ ਅੱਜ ਕੱਲ ਦਫ਼ਤਰਾਂ ਵਿੱਚ ਇਹ ਕੰਮ ਕਲਰਕ ਨੂੰ ਸੌਂਪਿਆ ਜਾਂਦਾ ਹੈ, ਜੋ ਕਿ ਪ੍ਰਿੰਸੀਪਲ ਦੀ ਨਿਗਰਾਨੀ ਵਿੱਚ ਜਾਂਦਾ ਹੈ। ਠੀਕ ਹੈ, ਕਿਉਂਕਿ ਪਹਿਲਾਂ ਜਿਹੜਾ ਰਿਕਾਰਡ ਸੀ ਉਹ ਪ੍ਰਿੰਸੀਪਲ ਕੋਲ ਹੀ ਰਹਿੰਦਾ ਹੁੰਦਾ ਸੀ, ਪਰ ਅੱਜ ਕੱਲ ਜਿਵੇਂ ਕਲਰਕ ਹੁੰਦੇ ਆ, ਠੀਕ ਹੈ, ਉਹਨਾਂ ਦੇ ਕੋਲ ਕੀ ਹੈ, ਰਿਕਾਰਡ ਪਿਆ ਰਹਿੰਦਾ ਹੈ, ਬਟ ਉਹਦੀ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਔਰ ਸਾਰੀ ਜਿਹੜੀ ਨਿਗਰਾਨੀ ਹੈ ਪ੍ਰਿੰਸੀਪਲ ਦੇ ਕੋਲ ਹੁੰਦੀ ਆ। ਉਹ ਕੀ ਹੈ, ਉਸ ਤੇ ਨਿਗਾਹ ਰੱਖਦਾ ਹੈ ਕਿ ਉਸ ਰਿਕਾਰਡ ਦੇ ਵਿੱਚ ਜੋ ਵੀ ਕੰਮ ਚੱਲ ਰਿਹਾ ਹੈ ਜਾਂ ਜੋ ਵੀ ਕੁਝ ਹੋ ਰਿਹਾ ਹੈ ਕਿ ਉਹ ਸਹੀ ਹੈ ਕਿ ਨਹੀਂ ਹੈ। ਠੀਕ ਹੈ, ਔਰ ਲਾਭ ਕਿਹਨਾਂ ਨੂੰ ਹੁੰਦੇ ਆ, ਰਿਕਾਰਡ ਰੱਖਣ ਦਾ ਲਾਭ ਕਿਸ ਨੂੰ ਹੁੰਦਾ, ਰਿਕਾਰਡ ਰੱਖਣ ਦਾ ਲਾਭ ਹੁੰਦਾ ਇੱਕ ਅਧਿਆਪਕ ਨੂੰ। ਠੀਕ ਹੈ, ਅਧਿਆਪਕ ਨੂੰ ਕੀ ਹੈ, ਰਿਕਾਰਡਸ ਤੋਂ ਸਾਰੀ ਇਨਫੋਰਮੇਸ਼ਨ, ਪੁਰਾਣੇ ਬੱਚਿਆਂ ਦੀ, ਨਵੇਂ ਬੱਚਿਆਂ ਦੀ, ਐਡਮਿਟਡ ਬੱਚਿਆਂ ਦੀ ਸਾਰੀ ਇਨਫੋਰਮੇਸ਼ਨ ਰਿਕਾਰਡ ਤੋਂ ਮਿਲਦੀ ਹੈ। ਸਿੱਖਿਆਰਥੀਆਂ ਦੇ ਲਈ, ਕਿਉਂਕਿ ਸਿੱਖਿਆਰਥੀਆਂ ਲਈ ਬੈਨੀਫਿਟ ਹੁੰਦਾ ਹੈ, ਕਿਉਂਕਿ ਉਹਨਾਂ ਨੂੰ ਕੀ ਹੈ, ਉਹਨਾਂ ਦਾ ਪ੍ਰੋਗਰੈਸ ਕੀ ਹੈਗੀ ਹੈ, ਕੀ ਕੰਮ ਕਰਦੇ ਆ, ਉਹ ਕਿੱਥੇ ਕੁ ਸਟੈਂਡ ਕਰਦੇ ਆ, ਕਿੰਨਾ ਕੁ ਕੰਮ ਕੀਤਾ ਹੈ, ਕਿੰਨੇ ਕੁ ਮਾਰਕਸ ਲਏ ਆ, ਸਾਰਾ ਕਿੱਥੋਂ ਪਤਾ ਲੱਗਦਾ, ਰਿਕਾਰਡਸ ਤੋਂ। ਔਰ ਸਕੂਲ ਦੇ ਲਈ, ਕਿਉਂਕਿ ਜਦੋਂ ਕਿਸੇ ਬੱਚੇ ਦੇ ਨਾਲ ਸੰਪਰਕ ਕਰਨਾ ਹੁੰਦਾ ਹੈ ਨਾ, ਜਦੋਂ ਕਿਸੇ ਬੱਚੇ ਦੇ ਨਾਲ ਜਾਂ ਕੋਈ ਬੱਚਾ ਆਂਦਾ ਰਿਕਾਰਡ ਲੈਣ, ਤਾਂ ਸਕੂਲ ਕੀ ਆ, ਉਹਨੂੰ ਉਹਦਾ ਰਿਕਾਰਡ
जे अपने कोल रखिया हुंदा है तां ओह की करदे ने, रिकॉर्ड जेड़ा आ ओह स्कूल वाले उन्होंने प्रोवाइड करा दिंदे ने। यानी कि रिकॉर्ड्स दा तिन्हां लई ही बहुत ज़्यादा बेनिफिट है, टीचर लई भी, चिल्ड्रन लई भी जेड़ा सिखारती काम कर रहा है, और जेड़ा स्कूल है ओहदे लई भी। ਹੁਣ ਸਭ ਤੋਂ ਪਹਿਲਾਂ ਗੱਲ ਕਰਾਂਗੇ ਟੀਚਰਸ ਲਈ ਕਿੱਦਾਂ ਜ਼ਰੂਰੀ ਹੈ। ਠੀਕ ਹੈ, ਰਿਕਾਰਡ ਰੱਖਣਾ। ਰਿਕਾਰਡ ਦੀ ਸਹਾਇਤਾ ਨਾਲ ਅਧਿਆਪਕ ਜਾਂ ਇੰਸਟ੍ਰਕਟਰ ਵਿਦਿਆਰਥੀਆਂ ਨੂੰ ਜਾਣ ਸਕਦਾ ਹੈ। ਹੁਣ ਜਿਵੇਂ ਤੁਸੀਂ ਨਿਊ ਐਡਮਿਸ਼ਨ ਲਈ ਹੈ ਤਾਂ ਟੀਚਰ ਤੁਹਾਡੇ ਨਾਮ ਜਾਣਦਾ ਹੈ ਨਾ, ਵੀ ਮੇਰੇ ਕੋਲ ਇਹ ਬੱਚਾ ਆਇਆ, ਇੱਥੋਂ ਆਇਆ। ਕਿਵੇਂ ਜਾਣਦਾ ਉਹ? ਕਿਉਂਕਿ ਉਹਦੇ ਕੋਲ ਰਿਕਾਰਡ ਹੁੰਦਾ ਹੈ ਨਾ, ਰਿਕਾਰਡ ਹੋਣ ਕਰਕੇ ਉਹ ਤੁਹਾਡੀ ਇਨਫੋਰਮੇਸ਼ਨ ਕੀ ਹੈ ਜਾਣਦਾ ਹੈ। हर विद्यार्थी अनुसार सिक्ख्या संबंधी क्रियावां दा प्रबंध किया जा सकता है। जे टीचर कोल की है रिकॉर्ड होएगा तां ओह की है बच्चे दियां जो भी क्रियावां हुंदियां सिक्ख्या नाल रिलेटेड ओनू की है प्रॉपर वे ना कर सकता है। जे ਇਹ ਰਿਕਾਰਡ ਹੋਣਗੇ ਤਾਂ ਵਿਦਿਆਰਥੀ ਦੀ ਯੋਗ ਅਗਵਾਈ ਕੀਤੀ ਜਾ ਸਕਦੀ ਹੈ। ਮਤਲਬ ਕਿ ਇੱਕ ਵਿਦਿਆਰਥੀ ਨੂੰ ਸਹੀ ਮੋਟੀਵੇਸ਼ਨ ਦੇ ਰਸਤੇ ਤੇ ਦੇ ਕੇ ਉਹਨੂੰ ਰਸਤਾ ਦਿਖਾ ਕੇ ਟੀਚਰ ਕੀ ਹੈ ਉਹਨੂੰ ਅੱਗੇ ਵਧਾ ਸਕਦਾ ਹੈ। ਰਿਕਾਰਡ ਦੀ ਸਹਾਇਤਾ ਨਾਲ ਵੱਖ-ਵੱਖ ਵਿਹਾਰ ਦੇ ਵਿਦਿਆਰਥੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾ ਸਕਦਾ ਹੈ। ਹੁਣ ਜਦੋਂ ਸਾਡੇ ਕੋਲ ਰਿਕਾਰਡ ਹੁੰਦੇ ਨੇ ਤਾਂ ਵੱਖ-ਵੱਖ ਕੈਟਾਗਰੀ ਦੇ ਬੱਚੇ ਆਉਂਦੇ ਆ, ਠੀਕ ਹੈ, ਔਰ ਕੀ ਹੈ ਉਹਦੇ ਬਾਰੇ ਆਪਾਂ ਸਾਨੂੰ ਪਤਾ ਲੱਗ ਜਾਂਦਾ ਕਿ ਕੌਣ ਵੀਕਰ ਹੈ, ਕੌਣ ਘਰੋਂ ਕਿਸ ਤਰ੍ਹਾਂ ਦਾ ਹੈ ਨਾ, ਕਿਹਨੂੰ ਪ੍ਰੋਬਲਮ ਆ ਕਿਹੜੀ, ਤਾਂ ਉਹ ਕਿੱਥੋਂ ਪਤਾ ਲੱਗ ਜਾਂਦੀ ਹੈ ਰਿਕਾਰਡ ਤੋਂ। और की है टीचर ओदे अकॉर्डिंग बच्चे ऊपर अपना कंसंट्रेट करते हुए ओनू उस हिसाब नाल की है स्टडी करवांदा और ओदी हेल्प करदा है और ओनू अगे मोटिवेट करदा है काम करन वास्ते, पढ़न वास्ते। रिकॉर्ड होवेगा तां प्रतिभा वाले बच्चियां दी होर चंगी तरह विकास करन विच सहायता की जा सकदी है। हुण जे प्रॉपर टीचर कोल बच्चे दा रिकॉर्ड होएगा है ना, प्रॉपर टीचर कोल बच्चे दा पुराना पिछला रिकॉर्ड है, ਉਹਨੂੰ ਪਤਾ ਹੈ ਕਿ ਇਹ ਬੱਚਾ ਪਿਛਲੀ ਕਲਾਸ ਵਿੱਚ ਇੰਨਾ ਵਧੀਆ ਕੰਮ ਕਰਕੇ ਮੇਰੇ ਕੋਲ ਆਇਆ, ਤਾਂ ਟੀਚਰ ਕੀ ਹੋਏਗਾ ਉਸ ਬੱਚੇ ਉੱਪਰ ਉਨਾ ਹੀ ਜ਼ਿਆਦਾ ਧਿਆਨ ਕਰ ਸਕੇਗਾ। ਔਰ ਇਹ ਕਿੱਥੋਂ ਹੋਏਗਾ? ਜਦੋਂ ਅਸੀਂ ਇੱਕ ਰਿਕਾਰਡ ਮੇਨਟੇਨ ਕਰਾਂਗੇ। ਅਧਿਆਪਕ ਵੱਲੋਂ ਘੱਟ ਬੁੱਧੀ ਵਾਲੇ ਵਿਦਿਆਰਥੀ ਕਿਹੜੇ ਹਨ, ਉਹਨਾਂ ਦੀ ਕਿਵੇਂ ਸਹਾਇਤਾ ਕਰਨੀ ਹੈ ਪਤਾ ਲੱਗ ਜਾਂਦਾ ਹੈ। ਹੁਣ ਜਦ ਟੀਚਰ ਕੋਲ ਰਿਕਾਰਡ ਹੈ ਉਹਦੇ ਵਿੱਚ ਇੰਟੈਲੀਜੈਂਟ, ਮੀਡੀਅਮ ਔਰ ਕਮਜ਼ੋਰ ਬੱਚੇ ਜੋ ਪੜ੍ਹਾਈ ਵਿੱਚ ਕਮਜ਼ੋਰ ਹੁੰਦੇ ਆ ਉਹਨਾਂ ਬਾਰੇ ਕੀ ਹੈ ਅਧਿਆਪਕ ਨੂੰ ਪਤਾ ਲੱਗ ਜਾਂਦਾ ਹੈ, ਟੀਚਰ ਨੂੰ ਪਤਾ ਲੱਗ ਜਾਂਦਾ। ਔਰ ਜੋ ਕਮਜ਼ੋਰ ਹੁੰਦੇ ਆ ਟੀਚਰ ਨੂੰ ਇਹ ਪਤਾ ਹੁੰਦਾ ਕਿ ਉਸ ਬੱਚੇ ਨੂੰ ਕਿਸ ਤਰ੍ਹਾਂ ਪੜ੍ਹਾਉਣਾ ਹੈ, ਕਿਸ ਤਰ੍ਹਾਂ ਕੰਮ ਕਰਨ ਲਈ ਮੋਟੀਵੇਟ ਕਰਨਾ ਹੈ ਔਰ ਕਿਸ ਤਰ੍ਹਾਂ ਉਹਨੂੰ ਕੀ ਹੈ ਬਾਕੀ ਬੱਚਿਆਂ ਦੇ ਨਾਲ ਅੱਗੇ ਲੈ ਕੇ ਆਉਣਾ, ਉਹ ਕੀ ਹੈ ਉਹਦੇ ਉੱਪਰ ਧਿਆਨ ਦੇ ਸਕਦਾ ਹੈ। ਰਿਕਾਰਡ ਦੀ ਸਹਾਇਤਾ ਨਾਲ ਵਿਦਿਆਰਥੀਆਂ ਤੇ ਕਾਰਜਸ਼ੀਲ ਕਮੇਟੀ ਦੀ ਚੋਣ ਕੀਤੀ ਜਾ ਸਕਦੀ ਹੈ। ਠੀਕ ਹੈ, ਹੁਣ ਰਿਕਾਰਡ ਦੀ ਸਹਾਇਤਾ ਨਾਲ ਜਿਵੇਂ ਕਾਰਜਸ਼ੀਲ ਔਰ ਚੰਗੇ ਵਿਦਿਆਰਥੀ ਦੀ ਕਮੇਟੀ ਬਣਾਉਣਾ। ਹੁਣ ਜਿਵੇਂ ਕਲਾਸ ਵਿੱਚ ਇੱਕ ਟੀਚਰ ਹੁੰਦੀ ਆ, ਹਮੇਸ਼ਾ ਇੱਕ ਮੋਨੀਟਰ ਬਣਾਉਂਦੀ ਆ, ਔਰ ਮੋਨੀਟਰ ਕਿਹਨੂੰ ਬਣਾਇਆ ਜਾਂਦਾ? ਮੋਨੀਟਰ ਕਦੇ ਵੀ ਕਿਸੇ ਕਮਜ਼ੋਰ ਬੱਚੇ ਨੂੰ ਬਣਾਉਂਦੇ ਆ? ਕਦੇ ਵੀ ਨਹੀਂ, ਹੈ ਨਾ। ਟੀਚਰ ਹਮੇਸ਼ਾ ਇੱਕ ਇੰਟੈਲੀਜੈਂਟ ਬੱਚੇ ਦੀ ਚੋਣ ਕਰੇਗਾ ਮੋਨੀਟਰ ਵਾਸਤੇ, ਠੀਕ ਹੈ, ਮੋਨੀਟਰ ਬਣਾਉਣ ਲਈ। ਕਿਉਂ? ਕਿਉਂਕਿ ਰਿਕਾਰਡ ਤੋਂ ਇਨਫੋਰਮੇਸ਼ਨ ਮਿਲ ਜਾਏਗੀ ਉਹਨੂੰ ਕਿ ਇਹ ਬੱਚਾ ਇੰਟੈਲੀਜੈਂਟ ਹੈ, ਇਹਨੂੰ ਮੋਨੀਟਰ ਬਣਾਇਆ ਜਾ ਸਕਦਾ ਤਾਂ ਜੋ ਇਹ ਸਭ ਨੂੰ ਮੋਨੀਟਰਿੰਗ ਕਰਦਾ ਹੋਇਆ ਕੀ ਹੈ ਮੋਟੀਵੇਟ ਕਰਦਾ ਹੋਇਆ ਅੱਗੇ ਲੈ ਕੇ ਆਏਗਾ। ਰਿਕਾਰਡ ਦੀ ਸਹਾਇਤਾ ਨਾਲ ਵਿਦਿਆਰਥੀਆਂ ਵਿੱਚ ਕੰਮ ਦੀ ਵੰਡ ਕਰਨਾ ਆਸਾਨ ਹੋ ਜਾਂਦਾ ਹੈ। ਹੁਣ ਰਿਕਾਰਡ ਕੱਲਾ ਟੀਚਰ ਦਾ ਹੀ ਜਾਂ ਬੱਚੇ ਦਾ, ਸਟੂਡੈਂਟ ਦਾ ਰਿਕਾਰਡ ਨਹੀਂ ਹੁੰਦਾ। ਹੁਣ ਜੋ ਟੀਚਰ ਨੇ ਕੰਮ ਕਰਾਣਾ ਉਹਦਾ ਵੀ ਤਾਂ ਰਿਕਾਰਡ ਹੋਏਗਾ, ਠੀਕ ਹੈ। ਹੁਣ ਟੀਚਰ ਦੇ ਕੋਲ ਇੱਕ ਰਿਕਾਰਡ ਹੁੰਦਾ ਹੈ ਜਿਹਦੇ ਵਿੱਚ ਉਹਨੂੰ ਪਤਾ ਹੁੰਦਾ ਕਿ ਮੈਂ ਬੱਚੇ ਨੂੰ ਇਹ ਕੰਮ ਕਰਾਣਾ, ਤਾਂ ਉਹ ਕੀ ਹੈ ਬੱਚੇ ਨੂੰ ਕਿਸ ਟਾਈਮ ਤੇ ਕਿਹੜਾ ਕੰਮ ਕਰਾਂਦਾ ਹੈ ਇਹਦੀ ਉਹ ਵੰਡ ਕਰ ਲੈਂਦਾ, ਠੀਕ ਹੈ। ਪ੍ਰੋਪਰ ਟਾਈਮ ਦੇ ਨਾਲ, ਪ੍ਰੋਪਰ ਡੇ ਦੇ ਨਾਲ ਕੀ ਹੈ ਉਹ ਕੰਮ ਦੀ ਵੰਡ ਕਰ ਦਿੰਦਾ ਕਿ ਇਸ ਦਿਨ ਬੱਚੇ ਨੂੰ ਇਹ ਕੰਮ ਕਰਾਣਾ ਔਰ ਇਸ ਦਿਨ ਬੱਚੇ ਨੂੰ ਇਹ ਕੰਮ ਕਰਾਣਾ। ਉਹਦੇ ਲਈ ਰਿਕਾਰਡ ਤੋਂ ਕੰਮ ਦੀ ਵੰਡ ਕਰਨਾ ਆਸਾਨ ਹੋ ਜਾਂਦਾ ਹੈ। ਹੁਣ ਜੇ ਰਿਕਾਰਡ ਪੂਰਾ ਹੋਵੇ ਤਾਂ ਵਿਦਿਆਰਥੀ ਦੇ ਮਾਤਾ ਪਿਤਾ ਨਾਲ ਗੱਲ ਕਰਨਾ ਆਸਾਨ ਹੋ ਜਾਂਦਾ ਹੈ। ਹੁਣ ਜਿਵੇਂ ਟੀਚਰ ਦੇ ਕੋਲ ਬੱਚਿਆਂ ਦਾ ਪੂਰਾ ਰਿਕਾਰਡ ਹੁੰਦਾ, ਉਹਦੇ ਪੈਰੈਂਟਸ ਦੀ ਇਨਫੋਰਮੇਸ਼ਨ, ਉਹਨਾਂ ਦਾ ਫੋਨ ਨੰਬਰ, ਉਹਨਾਂ ਦਾ ਐਡਰੈਸ। ਅਗਰ ਬੱਚਾ ਨਹੀਂ ਗੱਲ ਮੰਨਦਾ ਹੈ ਜਾਂ ਨਹੀਂ ਪ੍ਰੋਪਰ ਵੇ ਨਾਲ ਸਟੱਡੀ ਕਰ ਰਿਹਾ ਹੈ
ਜਾਂ ਰਿਸਪੌਂਸਿਬਲ ਨਹੀਂ ਹੈਗਾ ਤਾਂ ਟੀਚਰ ਕੀ ਕਰਦਾ ਹੈ, ਰਿਕਾਰਡ ਦੀ ਮਦਦ ਦੇ ਨਾਲ ਉਹਦੇ ਪੈਰੈਂਟਸ ਨਾਲ ਸੰਪਰਕ ਕਰਦਾ ਹੈ ਨਾ, ਤੇ ਉਹਨਾਂ ਨੂੰ ਬੁਲਾਉਂਦਾ ਹੈ ਔਰ ਉਹਨਾਂ ਨੂੰ ਦੱਸਦਾ ਹੈ ਕਿ ਨਹੀਂ ਤੁਹਾਡਾ ਬੱਚਾ ਜੋ ਆ ਵੀਕ ਹੈ, ਤੁਸੀਂ ਵੀ ਉਹਦੇ ਉੱਪਰ ਥੋੜਾ ਧਿਆਨ ਦਿਓ, ਠੀਕ ਹੈ ਨਾ। ਔਰ ਇਹ ਕਿੱਥੋਂ ਹੁੰਦਾ ਹੈ, ਜਦੋਂ ਸਾਡੇ ਕੋਲ ਸਕੂਲ ਦੇ ਵਿੱਚ ਕੋਈ ਰਿਕਾਰਡ ਪਿਆ ਹੁੰਦਾ। ਹੁਣ ਸਿੱਖਿਆਰਥੀਆਂ ਲਈ, ਸਟੂਡੈਂਟਸ ਲਈ ਕੀ ਬੈਨੀਫਿਟ ਹੈ ਰਿਕਾਰਡ ਦਾ ਹੋਣ ਦਾ? ਵਿਦਿਆਰਥੀ ਜਦੋਂ ਆਪਣਾ ਰਿਕਾਰਡ ਵੇਖਦੇ ਹਨ ਤਾਂ ਉਹ ਯੋਗਤਾ ਦੇ ਅਨੁਸਾਰ ਵਿਕਾਸ ਕਰ ਸਕਦੇ ਹਨ। ਹੁਣ ਜਦੋਂ ਇੱਕ ਬੱਚੇ ਨੂੰ ਪਤਾ ਹੈ, ਹੁਣ ਸਕੂਲਾਂ ਦੇ ਵਿੱਚ ਕੀ ਹੁੰਦਾ ਹੈ, ਪੇਪਰ ਹੁੰਦੇ ਆ, ਠੀਕ ਹੈ, ਟੈਸਟ ਵੀ ਹੁੰਦੇ ਆ, ਔਰ ਉਹ ਟੈਸਟ ਹੁੰਦੇ ਆ ਜਦੋਂ, ਤਾਂ ਉਦੋਂ ਬੱਚੇ ਨੂੰ ਪਤਾ ਲੱਗ ਜਾਂਦਾ ਹੈ ਕਿ ਮੈਂ ਜੋ ਆ ਇੰਨਾ % ਨੀਚੇ ਆ, ਯਾਨੀ ਕਿ ਮੈਨੂੰ ਕੀ ਹੈ ਇੰਨਾ ਤਿਆਰੀ ਕਰਨ ਦੀ, ਹੋਰ ਜ਼ਿਆਦਾ ਪੜ੍ਹਨ ਦੀ ਲੋੜ ਹੈ, ਠੀਕ ਹੈ। ਕਿਸ ਤੋਂ ਪਤਾ ਲੱਗਦਾ ਹੈ? ਕਿ ਰਿਕਾਰਡ ਤੋਂ। ਜਦੋਂ ਆਪਣਾ ਪ੍ਰੋਗਰੈਸ ਰਿਕਾਰਡ ਦੇਖਦਾ, ਇੱਕ ਰਿਪੋਰਟ ਕਾਰਡ ਬਣਦੀ ਹੈ ਨਾ ਬੱਚੇ ਦੀ, ਜਿਹਦੇ ਉੱਪਰ ਹਰ ਮੰਥ ਦੀ, ਹਰ ਪੇਪਰ ਦਾ ਰਿਕਾਰਡ ਹੁੰਦਾ ਹੈ। ਪਹਿਲੀ ਵਾਰੀ ਉਹ ਘੱਟ ਨੰਬਰ ਲੈਂਦਾ, ਦੂਸਰੀ ਵਾਰੀ ਉਸ ਤੋਂ ਜ਼ਿਆਦਾ ਲੈਂਦਾ, ਤੀਸਰੀ ਵਾਰੀ ਉਸ ਤੋਂ ਜ਼ਿਆਦਾ ਲੈਂਦਾ। ਕਿਉਂ? ਕਿਉਂਕਿ ਉਹ ਆਪਣੀ ਪ੍ਰੋਗਰੈਸ ਜਿਹੜੀ ਆ ਦੇਖਦਾ ਰਹਿੰਦਾ ਔਰ ਉਹਦੇ ਅਕੋਰਡਿੰਗ ਕੀ ਹੈ ਅੱਗੇ ਅੱਗੇ ਵਧਣ ਵਾਸਤੇ ਹੋਰ ਮਿਹਨਤ ਕਰਦਾ। ਦੂਜੇ ਸਕੂਲ ਵਿੱਚ ਦਾਖਲਾ ਲੈਣ ਸਮੇਂ ਰਿਕਾਰਡ ਕਾਫੀ ਕੰਮ ਆਉਂਦਾ। ਹੁਣ ਜਦੋਂ ਬੱਚੇ ਨੇ ਇੱਕ ਸਕੂਲ ਤੋਂ ਛੱਡ ਕੇ ਦੂਸਰੇ ਸਕੂਲ ਵਿੱਚ ਦਾਖਲਾ ਲੈਣਾ, ਤਾਂ ਉਹ ਸਕੂਲ ਵਾਲੇ ਕਿਆ ਕਹਿੰਦੇ ਆ, ਤੁਹਾਡੇ ਕੋਲੋਂ ਮੰਗਦੇ ਆ ਨਾ ਸਕੂਲ ਲਿਵਿੰਗ ਸਰਟੀਫਿਕੇਟ, ਪਿਛਲੇ ਸਕੂਲ ਦਾ ਰਿਕਾਰਡ ਮੰਗਦੇ ਆ ਨਾ, ਔਰ ਤੁਸੀਂ ਪਿਛਲੇ ਸਕੂਲ ਆਉਂਦੇ ਹੋ ਕਿ ਸਾਨੂੰ ਸਕੂਲ ਲਿਵਿੰਗ ਸਰਟੀਫਿਕੇਟ ਦਿਓ, ਔਰ ਤੁਹਾਨੂੰ ਸਕੂਲ ਵਾਲੇ ਕੀ ਆ ਸਕੂਲ ਲਿਵਿੰਗ ਸਰਟੀਫਿਕੇਟ ਦਿੰਦੇ ਆ, ਜਿਹੜਾ ਤੁਸੀਂ ਅਗਲੇ ਸਕੂਲ ਵਿੱਚ ਜਾ ਕੇ ਦਿਖਾਉਂਦੇ ਹੋ ਔਰ ਐਡਮਿਸ਼ਨ ਲੈਂਦੇ ਹੋ, ਹੈ ਨਾ। ਤਾਂ ਕੀ ਹੈ, ਜੇ ਰਿਕਾਰਡ ਮੇਨਟੇਨ ਹੋਏਗਾ ਤਾਂ ਤੁਹਾਨੂੰ ਦਾਖਲਾ ਲੈਣ ਵਿੱਚ ਕਿਸੇ ਹੋਰ ਜਗ੍ਹਾ ਆਸਾਨੀ ਹੋਏਗੀ। ਰਿਕਾਰਡ ਦੀ ਮਦਦ ਨਾਲ ਵਿਦਿਆਰਥੀ ਆਪਣਾ ਵਰਗੀਕਰਨ ਪ੍ਰਣਾਲੀ ਵਿੱਚ ਨਿਆਂ ਪ੍ਰਾਪਤ ਕਰ ਸਕਦੇ ਹਨ। ਹੁਣ ਕੀ ਹੈ ਨਿਆਂ ਵਰਗੀਕਰਨ? ਕੀ ਹੈ? ਜਿਵੇਂ ਕੈਟੇਗਰੀਜ਼ ਹੁੰਦੀਆਂ ਨੇ, ਹੈ ਨਾ, ਔਰ ਤੁਸੀਂ ਜਦੋਂ ਦਾਖਲਾ ਲੈਂਦੇ ਹੋ ਤੁਹਾਨੂੰ ਪਤਾ ਹੁੰਦਾ ਕਿ ਮੈਂ SC ਕੈਟੇਗਰੀ ਵਿੱਚ ਲੈਣਾ ਹੈ, ਮੈਂ ਜਨਰਲ ਵਿੱਚ ਲੈਣਾ ਹੈ, ਮੈਂ BC ਕੈਟੇਗਰੀ ਵਿੱਚ ਲੈਣਾ ਹੈ, ਮੈਂ ਕੋਈ ਰਿਜ਼ਰਵ ਹੋਰ ਕੈਟੇਗਰੀ ਦੇ ਵਿੱਚ ਲੈਣਾ ਹੈ, ਠੀਕ ਹੈ। ਇਹ ਪਤਾ ਹੁੰਦਾ ਸਾਨੂੰ ਕਿ ਅਸੀਂ ਅਦਰ ਸਟੇਟ ਦੇ ਵੱਲੋਂ ਦਾਖਲਾ ਲੈਣਾ, ਯਾਨੀ ਕਿ ਕੀ ਹੈ ਵਰਗੀਕਰਨ ਕਰਨਾ ਰਿਕਾਰਡ ਦੇ ਜਰੀਏ ਆਸਾਨ ਹੋ ਜਾਂਦਾ ਹੈ। ਕਿਉਂਕਿ ਹੁਣ ਜਦੋਂ ਤੁਸੀਂ ਸਾਡੇ ਕੋਲ ਦਾਖਲਾ ਲੈਣ ਆਉਂਦੇ ਹੋ, ਤੁਸੀਂ BC ਵਿੱਚ ਲੈਣਾ ਹੈ, ਅਸੀਂ ਕੀ ਕਹਿੰਦੇ ਆ, ਆਪਣਾ BC ਦਾ ਸਰਟੀਫਿਕੇਟ ਦਿਖਾਓ। ਕੀ ਹੈ ਉਹ? ਤੁਹਾਡਾ ਇੱਕ ਰਿਕਾਰਡ ਹੈ ਨਾ, ਇੱਕ ਰਿਕਾਰਡ ਹੈ ਤੁਹਾਡੇ ਕੋਲ ਕਿ ਤੁਹਾਡੇ ਕੋਲ BC ਦਾ ਸਰਟੀਫਿਕੇਟ ਹੈ, SC ਦਾ ਸਰਟੀਫਿਕੇਟ ਹੈ, ਤੁਹਾਡਾ ਰਿਕਾਰਡ ਹੈ ਕਿ ਮੇਰੇ ਕੋਲ SC ਦਾ ਸਰਟੀਫਿਕੇਟ ਹੈ। ਔਰ ਵੰਡ ਕਰਨੀ ਆਸਾਨ ਹੋ ਜਾਂਦੀ ਹੈ ਕਿ ਇਹ ਬੱਚੇ SC ਹੈ, BC ਹੈ, ਇਹ ਅਦਰ ਕਾਸਟ ਹੈ ਨਾ। ਤੇ ਉਹਦੇ ਨਾਲ ਕੀ ਹੈ ਸਟੂਡੈਂਟ ਨੂੰ ਵੀ ਉਹਦੇ ਲਾਭ ਮਿਲਣ ਲੱਗ ਜਾਂਦੇ ਹੈ। ਜਿਵੇਂ SC ਵਾਲਿਆਂ ਨੂੰ ਜੋ ਵਜ਼ੀਫਾ ਆਉਂਦਾ ਹੈ, ਅਗਰ ਬੱਚੇ ਦੀ ਵਰਗੀਕਰਨ ਸਹੀ ਹੋਇਆ ਹੁੰਦਾ ਹੈ, ਸਹੀ ਐਡਮਿਸ਼ਨ ਹੋਈ ਹੁੰਦੀ ਹੈ, ਤਾਂ ਕੀ ਆ ਉਹਨੂੰ SC ਦੇ ਵਜ਼ੀਫੇ ਦਾ ਲਾਭ ਮਿਲਣ ਲੱਗ ਜਾਂਦਾ। ਵਿਦਿਆਰਥੀ ਆਪਣੇ ਕੋਲ ਵੀ ਸਹੀ ਕਾਰਡ ਰੱਖਣਾ ਸ਼ੁਰੂ ਕਰ ਦਿੰਦੇ ਹਨ। ਕੀ ਕਰਦੇ ਆ ਵਿਦਿਆਰਥੀ? ਆਪਣਾ ਸਹੀ ਰਿਕਾਰਡ ਆਪਣੇ ਕੋਲ ਵੀ ਰੱਖਣਾ ਸ਼ੁਰੂ ਕਰਦੇ ਹਨ। ਜਿਵੇਂ ਤੁਹਾਨੂੰ ਕੀ ਹੈ, ਤੁਹਾਨੂੰ ਐਡਮਿਸ਼ਨ ਹੁੰਦੀ ਹੈ, ਤੁਹਾਨੂੰ ਇੱਕ ਸਲਿੱਪ ਮਿਲਦੀ ਹੈ, ਠੀਕ ਹੈ, ਫੀਸ ਦੀ ਸਲਿੱਪ ਹੁੰਦੀ ਹੈ। ਉਹ ਕੀ ਹੁੰਦੀ ਹੈ? ਤੁਹਾਡੇ ਕੋਲ ਇੱਕ ਰਿਕਾਰਡ ਹੁੰਦਾ ਹੈ ਕਿ ਮੇਰੀ ਤਾਂ ਐਡਮਿਸ਼ਨ ਹੋ ਗਈ, ਮੈਨੂੰ ਸਲਿੱਪ ਮਿਲ ਗਈ, ਮੇਰੀ ਫੀਸ ਦੀ ਰਸੀਦ ਹੈ, ਮੈਨੂੰ ਸਲਿੱਪ ਮਿਲ ਗਈ, ਮੈਨੂੰ ਐਡਮਿਸ਼ਨ ਹੋ ਗਈ, ਮੈਨੂੰ ਸਲਿੱਪ ਮਿਲ ਗਈ। ਉਹ ਕੀ ਹੈ? ਇੱਕ ਰਿਕਾਰਡ ਆ। ਤੁਹਾਨੂੰ ਸਰਟੀਫਿਕੇਟ ਮਿਲਦਾ 10ਵੀਂ ਪਾਸ ਹੋ ਜਾਂਦੇ ਹੋ, 8ਵੀਂ ਪਾਸ ਹੋ ਜਾਂਦੇ ਹੋ, ਉਹ ਕੀ ਹੈਗਾ? ਤੁਹਾਡਾ ਰਿਕਾਰਡ। ਜਦੋਂ ਤੁਸੀਂ ਕਿਸੇ ਹੋਰ ਸਕੂਲ ਦੇ ਵਿੱਚ ਜਾਂਦੇ ਹੋ, ਜਿਵੇਂ ਤੁਸੀਂ 8ਵੀਂ ਕੀਤੀ ਹੈ, 9ਵੀਂ ਵਿੱਚ ਜਾਂਦੇ ਹੋ, ਪਰ ਜਾਂਦੇ ਕਿਸੇ ਹੋਰ ਸਕੂਲ ਹੋ, ਤਾਂ ਉਹ ਕਹਿੰਦੇ ਆ ਕਿ ਆਪਣਾ ਪਿਛਲਾ ਰਿਕਾਰਡ ਲਿਆਓ, 8ਵੀਂ ਦਾ ਰਿਕਾਰਡ ਲਿਆਓ। ਅਸੀਂ ਦੇਖੀਏ ਕਿ ਤੁਸੀਂ 8ਵੀਂ ਕੀਤੀ ਵੀ ਹੈ ਤਾਂ ਹੀ 9ਵੀਂ ਚ ਦਾਖਲਾ ਲੈਣ ਆਏ ਹੋ, ਠੀਕ ਹੈ। ਇੱਕ ਰਿਕਾਰਡ ਮੰਗਦੇ ਆ ਤੁਹਾਡੇ ਤੋਂ, ਔਰ ਕੀ ਹੈ ਤੁਸੀਂ ਆਪਣਾ ਰਿਕਾਰਡ ਸਾਂਭਣਾ ਸ਼ੁਰੂ ਕਰ ਦਿੰਦੇ ਹੋ, ਠੀਕ ਹੈ। ਵਿਦਿਆਰਥੀ ਨੂੰ ਆਪਣੀ ਕੁਦਰਤੀ ਯੋਗਤਾਵਾਂ ਦੀ ਉੱਨਤੀ ਦਾ ਨਿਸ਼ਚਾ ਹੋ ਜਾਂਦਾ ਹੈ। ਔਰ ਕੀ ਹੈ ਉਹਨੂੰ ਕੀ ਹੈ ਆਪਣੀ ਉੱਨਤੀ, ਕਿ ਉਹਦੀ ਯੋਗਤਾ ਕੀ ਹੈ, ਕਿੱਧਰ ਨੂੰ ਉਹਦਾ ਇੰਟਰਸਟ ਆ, ਉਹਦੀ ਉન્નਤੀ ਕਿੱਧਰ ਨੂੰ ਹੋਏਗੀ, ਠੀਕ ਹੈ। ਕਿਸ ਫੀਲਡ ਵੱਲ ਉਹਦਾ ਰਿਸਪੌਂਸ ਵਧੀਆ, ਬੱਚਾ ਮੈਥ ਵਿੱਚ ਕਰਨ ਵਿੱਚ ਵਧੀਆ ਹੈ, ਵਧੀਆ ਮਾਰਕਸ ਲੈਂਦਾ ਹੈ, ਤਾਂ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਮੇਰੇ ਲਈ ਮੈਥ ਸਬਜੈਕਟ ਔਰ ਮੈਥ ਲਾਈਨ ਵਧੀਆ ਹੁੰਦੀ ਹੈ। ਕਿਸ ਤੋਂ ਪਤਾ ਲੱਗਦਾ? ਰਿਕਾਰਡ ਤੋਂ, ਜਿਹੜਾ ਉਹਦੇ ਕੋਲ ਸਰਟੀਫਿਕੇਟ ਦਾ ਰਿਕਾਰਡ ਹੁੰਦਾ ਹੈ, ਠੀਕ ਹੈ, ਜਿਹਦੇ ਸਾਰੇ ਸਬਜੈਕਟ ਮਾਰਕਸ ਹੁੰਦੇ ਆ। ਬੱਚੇ ਨੂੰ ਪਤਾ ਲੱਗ ਜਾਂਦਾ ਹੈ ਕਿ ਮੈਂ ਇਸ ਸਬਜੈਕਟ 'ਚ ਵਧੀਆ ਕੰਮ ਕਰਦਾ, ਵਧੀਆ ਪੜ੍ਹਦਾ, ਮੇਰਾ ਇੰਟਰਸਟ ਵੀ ਆ ਔਰ ਮੈਂ ਇਸ ਲਾਈਨ ਵਿੱਚ ਹੀ ਅੱਗੇ ਜਾਵਾਂਗਾ। ਇਹਦਾ ਬੈਨੀਫਿਟ ਵਿਦਿਆਰਥੀ ਨੂੰ ਰਿਕਾਰਡ ਤੋਂ ਮਿਲ ਜਾਂਦਾ ਹੈ। ਉਸ ਤੋਂ ਬਾਅਦ ਨੈਕਸਟ ਹੈਗਾ ਸਕੂਲ ਦੇ ਲਈ। ਵਿਦਿਆਰਥੀ ਨੂੰ ਜਲਦੀ ਲੱਭਣ ਵਿੱਚ ਆਸਾਨੀ ਹੁੰਦੀ ਆ। ਹੁਣ ਸਕੂਲ ਲਈ ਕਿਆ ਬੈਨੀਫਿਟ ਹੈ ਕਿ ਜਦੋਂ ਬੱਚਾ ਕਾਫੀ ਦਿਨਾਂ ਤੋਂ ਸਕੂਲ 'ਚ ਨਹੀਂ ਆਉਂਦਾ,
ਠੀਕ ਹੈ, ਪ੍ਰੈਜ਼ੈਂਟ ਨਹੀਂ ਹੁੰਦਾ, ਤਾਂ ਸਕੂਲ ਕੀ ਹੈ, ਰਿਕਾਰਡ ਦੀ ਮਦਦ ਦੇ ਨਾਲ ਆਪਣਾ ਵਿਦਿਆਰਥੀ ਦਾ ਐਡਰੈਸ ਲੱਭ ਕੇ, ਫੋਨ ਨੰਬਰ ਲੱਭ ਕੇ ਉਹਨਾਂ ਦੇ ਘਰਦਿਆਂ ਨਾਲ ਸੰਪਰਕ ਕਰਦੇ ਆ ਕਿ ਤੁਹਾਡਾ ਬੱਚਾ ਕਾਫੀ ਦਿਨਾਂ ਤੋਂ ਨਹੀਂ ਆ ਰਿਹਾ, ਤਾਂ ਕੀ ਹੈ, ਸੰਪਰਕ ਕਰਨ ਵਿੱਚ ਸਕੂਲ ਵਾਲਿਆਂ ਨੂੰ ਆਸਾਨੀ ਹੋ ਜਾਂਦੀ ਹੈ। ਕਿੱਥੋਂ? ਕਿਉਂਕਿ ਉਹਨਾਂ ਕੋਲ ਸਾਰਾ ਬੱਚੇ ਦਾ ਰਿਕਾਰਡ ਹੁੰਦਾ ਹੈ। ਸਿੱਖਿਆਰਥੀ ਦੇ ਜ਼ਰੂਰੀ ਪੱਖਾਂ ਬਾਰੇ ਪਤਾ ਕੀਤਾ ਜਾ ਸਕਦਾ ਹੈ। ਹੁਣ ਅਸੀਂ ਉਹਦੇ ਪੱਖ ਕੀ ਹੈਗੇ ਆ, ਕਿਸ ਚੀਜ਼ ਦਾ ਇੰਟਰਸਟ ਲੈਂਦਾ ਉਹ। ਹੁਣ ਇੱਕ ਬੱਚਾ ਹੈ ਡਰਾਇੰਗ ਵਿੱਚ ਇੰਟਰਸਟ ਲੈਂਦਾ ਜ਼ਿਆਦਾ, ਉਹਦਾ ਕਲਾਕ੍ਰਿਤੀ ਵੱਲ ਧਿਆਨ ਹੈ, ਤਾਂ ਰਿਕਾਰਡ ਤੋਂ, ਸਕੂਲ ਦੇ ਰਿਕਾਰਡ ਤੋਂ ਸਕੂਲ ਨੂੰ ਕੀ ਪਤਾ ਲੱਗ ਜਾਂਦਾ ਹੈ ਕਿ ਇਹਦਾ ਕਲਾਕ੍ਰਿਤੀ ਵੱਲ ਧਿਆਨ ਹੈ, ਇਹਦਾ ਗੇਮਸ ਵੱਲ ਧਿਆਨ ਹੈ, ਇਹ ਗੇਮਸ ਵਿੱਚ ਬੈਟਰ ਕਰਦਾ ਹੈ। ਤਾਂ ਕੀ ਹੁੰਦਾ ਹੈ, ਸਕੂਲ ਉਸ ਰਿਕਾਰਡ ਦੇ ਜ਼ਰੀਏ ਬੱਚੇ ਉੱਪਰ ਧਿਆਨ ਦੇ ਸਕਦਾ ਹੈ ਕਿ ਇਸ ਬੱਚੇ ਨੂੰ ਇਸ ਫੀਲਡ ਵਿੱਚ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਸਕੂਲ ਦੀ ਪ੍ਰੋਗਰੈਸ ਰਿਪੋਰਟ ਕੁਝ ਸਾਲਾਂ ਦੇ ਵਿਗਾੜ ਤੋਂ ਹੀ ਪਤਾ ਕੀਤੀ ਜਾ ਸਕਦੀ ਹੈ। ਠੀਕ ਹੈ, ਹੁਣ ਸਕੂਲ ਦੀ ਪ੍ਰੋਗਰੈਸ ਰਿਪੋਰਟ ਕੀ ਹੈ, ਇੱਕ ਸਕੂਲ ਕਿੰਨੀ ਕੁ ਤਰੱਕੀ ਕਰ ਰਿਹਾ, ਹਰ ਸਾਲ ਉਹਦਾ ਰਿਜ਼ਲਟ ਕਿੰਨਾ ਆ ਰਿਹਾ, ਕਿੰਨੇ ਬੱਚੇ ਪਾਸ ਆਊਟ ਹੋ ਰਿਹਾ, ਕਿੰਨੇ ਨੰਬਰਾਂ ਤੋਂ ਪਾਸ ਆਊਟ ਹੋ ਰਿਹਾ, 10ਵੀਂ ਦਾ ਰਿਜ਼ਲਟ ਆਂਦਾ, 12ਵੀਂ ਦਾ ਰਿਜ਼ਲਟ ਆਂਦਾ, ਹਰ ਸਕੂਲ ਆਪਣੀ ਐਡਵਰਟਾਈਜ਼ਮੈਂਟ ਕਰਦਾ ਹੈ ਨਾ ਕਿ ਮੇਰੇ ਬੱਚੇ ਇੰਨੇ ਪਰਸੈਂਟ 95% ਨੰਬਰ ਲੈ ਕੇ ਆਏ, 100% ਲੈ ਕੇ ਆਏ, 99% ਇੰਨੇ ਨੰਬਰ ਨੇ। ਕੀ ਹੁੰਦਾ ਹੈ ਉਹਦੇ ਨਾਲ, ਸਕੂਲ ਕਿੰਨੀ ਤਰੱਕੀ ਕਰ ਰਿਹਾ, ਕਿੰਨਾ ਵਧੀਆ ਉਹ ਚੱਲ ਰਿਹਾ ਹੈ, ਉਹ ਪਤਾ ਲੱਗ ਜਾਂਦਾ ਹੈ। ਕਿਸ ਤੋਂ ਪਤਾ ਲੱਗ ਜਾਂਦਾ ਹੈ? ਰਿਕਾਰਡ ਤੋਂ। ਰਿਕਾਰਡ ਤੋਂ ਪਤਾ ਲੱਗਦਾ ਹੈ ਕਿ ਜਿਸ ਮੰਤਵ ਲਈ ਸਕੂਲ ਖੋਲਿਆ ਉਹ ਪੂਰਾ ਹੋ ਰਿਹਾ ਕਿ ਨਹੀਂ, ਹੈ ਨਾ। ਹੁਣ ਜੇ ਸਾਡੇ ਕੋਲ ਰਿਕਾਰਡ ਹੋਣਗੇ, ਅਸੀਂ ਹੁਣ ਉਦੇਸ਼ ਕੀ ਹੁੰਦਾ ਸਕੂਲ ਖੋਲਣ ਪਿੱਛੇ? ਸਕੂਲ ਖੋਲਣ ਪਿੱਛੇ ਉਦੇਸ਼ ਹੁੰਦਾ ਹੈ ਕਿ ਜੋ ਬੱਚੇ ਆ ਉਹਨਾਂ ਦੀ ਐਜੂਕੇਸ਼ਨ ਦੇ ਨਾਲ ਉਹਨਾਂ ਦੀ ਜ਼ਿੰਦਗੀ ਨੂੰ ਬੈਟਰ ਬਣਾਇਆ ਜਾ ਸਕੇ, ਹੈ ਨਾ। ਇਹ ਉਦੇਸ਼ ਹੁੰਦਾ ਸਕੂਲ ਦਾ ਕਿ ਬੰਦਾ ਆਪਣੇ ਪੈਰਾਂ ਤੇ ਖੜਾ ਹੋ ਜੇ, ਵਧੀਆ ਇਨਸਾਨ ਬਣ ਜੇ, ਆਪਣਾ ਕੰਮ ਕਰਨ ਲੱਗ ਜੇ। ਔਰ ਇਹ ਕਿੱਥੋਂ ਪਤਾ ਲੱਗਦਾ, ਕਿੱਥੋਂ ਪਤਾ ਲੱਗਦਾ ਕਿ ਸਕੂਲ ਦੀ ਕੀ ਪ੍ਰੋਗਰੈਸ ਹੈ? ਰਿਕਾਰਡਸ ਤੋਂ, ਜੋ ਕਿ ਜਦੋਂ ਚਾਹੇ ਕੋਈ ਵੀ ਉਸਨੂੰ ਦੇਖ ਸਕਦਾ ਹੈ। ਰਿਕਾਰਡ ਤੋਂ ਸੰਸਥਾ ਦੇ ਟਿਕਟ ਬਾਰੇ ਪਤਾ ਲੱਗਦਾ। ਹੁਣ ਸੰਸਥਾ ਦੇ ਬਾਰੇ ਪਤਾ ਲੱਗਦਾ, ਹੁਣ ਪ੍ਰੋਗਰੈਸ ਕੀ ਹੈ ਸੰਸਥਾ ਦੀ, ਹੈ ਨਾ, ਕਿੰਨਾ ਕੁ ਕੰਮ ਕੀਤਾ ਹੋਇਆ, ਕਿੱਥੋਂ ਪਤਾ ਲੱਗਦਾ ਸਕੂਲ ਦਾ? ਸਕੂਲ ਦਾ ਸਾਰਾ ਵੀ ਜੋ ਵੀ ਰਿਕਾਰਡ ਹੈ ਸਕੂਲ ਦੇ ਵਿੱਚ ਪਿਆ ਹੋਇਆ, ਉਸ ਤੋਂ ਸਕੂਲ ਬਾਰੇ ਸਾਰੀ ਇਨਫੋਰਮੇਸ਼ਨ ਪਤਾ ਲੱਗ ਜਾਂਦੀ ਹੈ, ਜਿਹੜੀ ਕਿ ਕੀ ਹੈ, ਇੱਕ ਸਕੂਲ ਲਈ ਬੈਨੀਫਿਟ ਹੁੰਦੀ ਹੈ। ਉਸ ਤੋਂ ਬਾਅਦ ਵਿਦਿਆਰਥੀਆਂ ਦੇ ਪਿਛੜੇਪਨ ਤੇ ਅਸਫਲਤਾਵਾਂ ਨੂੰ ਘਟਾਇਆ ਜਾ ਸਕਦਾ ਹੈ। ਹੁਣ ਪਿਛੜੇਪਨ ਅਤੇ ਸਫਲਤਾਵਾਂ ਨੂੰ ਘਟਾਉਣਾ, ਜੋ ਵਿਦਿਆਰਥੀ ਪੜ੍ਹਾਈ ਵਿੱਚ ਪਿਛੜ ਜਾਂਦੇ ਆ, ਅਸਫਲ ਹੋ ਜਾਂਦੇ ਆ, ਉਹਨਾਂ ਨੂੰ ਕੀ ਹੈ, ਆਪਾਂ ਕੀ ਕਰਦੇ ਹਾਂ, ਹੁਣ ਸਾਨੂੰ ਪਤਾ ਹੈ ਕਿ ਫਸਟ ਪੇਪਰ ਦੇ ਵਿੱਚ ਬੱਚਿਆਂ ਦੇ ਨੰਬਰ ਨਹੀਂ ਸਹੀ ਆਏ, ਯਾਨੀ ਕਿ ਇਹ ਬੱਚੇ ਪੜ੍ਹਨ ਵਿੱਚ ਨਲਾਇਕ ਹੈ, ਔਰ ਕੀ ਕਰਦੇ ਆ, ਉਹਦੇ ਉੱਪਰ ਵੱਧ ਧਿਆਨ ਦੇਣ ਲੱਗ ਜਾਂਦੇ ਆ। ਯਾਨੀ ਕਿ ਸਕੂਲ ਨੂੰ ਇਹਦਾ ਬਹੁਤ ਬੈਨੀਫਿਟ ਹੁੰਦਾ ਹੈ, ਕਿਉਂਕਿ ਉਹ ਬੱਚਿਆਂ ਉੱਪਰ ਵੱਧ ਧਿਆਨ ਦੇਣਾ ਸ਼ੁਰੂ ਕਰ ਦਿੰਦਾ ਹੈ, ਕਿਉਂਕਿ ਉਹਦੇ ਕੋਲ ਰਿਕਾਰਡ ਆ ਜਾਂਦਾ ਹੈ ਕਿ ਇਹ ਬੱਚਾ ਕੀ ਹੈ, ਪਿਛੜਿਆ ਹੋਇਆ, ਇਹਨੂੰ ਅੱਗੇ ਧਿਆਨ ਦੇਣ ਦੀ ਲੋੜ ਹੈ, ਅੱਗੇ ਲਿਆਉਣ ਦੀ ਲੋੜ ਹੈ। ਸਕੂਲ ਦੀ ਪਰੰਪਰਾਵਾਂ ਤੇ ਮੀਡੀਆ ਬਾਰੇ ਪਤਾ ਲੱਗ ਜਾਂਦਾ ਹੈ ਤੇ ਜਾਣਕਾਰੀ ਅਨੁਸਾਰ ਉਸ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ। ਹੁਣ ਸਕੂਲ ਦੀ ਕਿਆ ਪਰੰਪਰਾ ਹੈਗੀ ਹੈ ਨਾ, ਪੜ੍ਹਾਉਣਾ ਕੀ ਉਦੇਸ਼ ਹੈ, ਕੀ ਡਿਸਿਪਲਿਨ ਆ, ਕੀ ਉਦੇਸ਼ ਹੈ ਸਕੂਲ ਦੇ, ਔਰ ਕਿਸ ਦੇ ਉੱਪਰ ਉਹ ਜ਼ਿਆਦਾ ਜ਼ੋਰ ਦਿੰਦਾ ਹੈ ਨਾ, ਉਹਦੇ ਵਿੱਚ ਕਿਵੇਂ ਸਕੂਲ ਸੁਧਾਰ ਕਰ ਸਕਦਾ ਹੈ। ਅਗਰ ਉਹ ਕਿਸੇ ਚੀਜ਼ ਵਿੱਚ ਪਿੱਛੇ ਨੂੰ ਜਾ ਰਿਹਾ ਹੈ ਤਾਂ ਸਕੂਲ ਕੀ ਕਰਦਾ ਹੈ, ਰਿਕਾਰਡ ਦੀ ਮਦਦ ਦੇ ਨਾਲ ਦੇਖ ਲੈਂਦਾ ਹੈ ਕਿ ਕਿਸ ਚੀਜ਼ ਵਿੱਚ ਉਹਨੂੰ ਅੱਗੇ ਆਉਣ ਦੀ ਲੋੜ ਹੈ। ਠੀਕ ਹੈ, ਰਿਕਾਰਡ ਤੋਂ ਪਤਾ ਲੱਗ ਜਾਂਦਾ ਹੈ ਕਿ ਸਕੂਲ ਵਿੱਚ ਕਿੰਨੇ ਪੁੱਤਰ, ਕਿੰਨੇ ਵਿਦਿਆਰਥੀ ਹਨ ਤੇ ਉਹਨਾਂ ਦਾ ਨਤੀਜਾ ਕਿਸ ਪ੍ਰਕਾਰ ਆ। ਹੁਣ ਕਿੰਨੇ ਸਟੂਡੈਂਟ ਹਨ, ਰਿਕਾਰਡ ਤੋਂ ਕੀ ਪਤਾ ਲੱਗ ਜਾਂਦਾ ਹੈ ਕਿ ਕਿੰਨੇ ਸਿੱਖਿਆਰਥੀਆਂ ਨੇ ਦਾਖਲਾ ਲਿਆ ਹੈ। ਕਿੱਥੋਂ ਪਤਾ ਲੱਗਦਾ? ਇੱਕ ਐਡਮਿਸ਼ਨ ਰਜਿਸਟਰ ਹੈ, ਰਿਕਾਰਡ ਆ ਜਿਹਦੇ ਵਿੱਚ ਸਾਰਾ ਚੜਿਆ ਹੋਇਆ, ਔਰ ਪਤਾ ਲੱਗ ਜਾਂਦਾ ਹੈ ਕਿ ਇਸ ਸਾਲ, ਪਿਛਲੇ ਸਾਲ ਇੰਨੇ ਸਟੂਡੈਂਟਸ ਨੇ ਦਾਖਲਾ ਲਿਆ ਸੀ, ਇਸ ਸਾਲ ਇੰਨਿਆਂ ਨੇ ਲਿਆ, ਹੈ ਨਾ, ਉਸ ਤੋਂ ਪਿਛਲੇ ਸਾਲ ਇੰਨਿਆਂ ਨੇ ਲਿਆ ਸੀ। ਮਤਲਬ ਕਿ ਕੀ ਹੈ, ਇੱਕ ਪੂਰਾ ਰਿਕਾਰਡ ਜੋ ਆ ਸਕੂਲ ਵਾਲਿਆਂ ਨੂੰ ਉਹਦੀ ਮਦਦ ਨਾਲ, ਰਿਕਾਰਡ ਦੀ ਮਦਦ ਨਾਲ ਪਤਾ ਲੱਗ ਜਾਂਦਾ ਕਿ ਉਹਦੀ ਪ੍ਰੋਗਰੈਸਿੰਗ ਕੀ ਹੋ ਰਹੀ ਹੈ। ਫਸਟ ਈਅਰ ਘੱਟ ਹੋਣਗੇ, ਸੈਕੰਡ ਈਅਰ ਜ਼ਿਆਦਾ ਹੋਣਗੇ, ਥਰਡ ਈਅਰ, ਜਿੱਦਾਂ ਜਿੱਦਾਂ ਪ੍ਰੋਗਰੈਸ ਵਧੇਗੀ, ਸਕੂਲ ਦਾ ਕੰਮ ਵਧੀਆ ਹੋਏਗਾ, ਉਦਾਂ ਉਦਾਂ ਕੀ ਹੈ, ਐਡਮਿਸ਼ਨ ਦੀ ਗਿਣਤੀ ਵੱਧਦੀ ਜਾਏਗੀ। ਰਿਕਾਰਡ ਤੋਂ ਪਤਾ ਲੱਗ ਜਾਂਦਾ ਹੈ ਕਿ ਕਾਨੂੰਨੀ ਦਾਅਪੇਚ ਪੂਰੇ ਹੋ ਰਹੇ ਹਨ ਕਿ ਨਹੀਂ। ਹੁਣ ਰਿਕਾਰਡ ਤੋਂ ਕੀ ਪਤਾ ਲੱਗ ਜਾਂਦਾ, ਕੀ ਹੁੰਦੇ ਆ ਕਾਨੂੰਨੀ ਦਾਅਪੇਚ? ਜਿਵੇਂ ਜਿਹੜੇ ਬੱਚੇ
ਜਨਰਲ, SC ਔਰ ਹੋਰ ਕੈਟਾਗਰੀਜ਼ ਵਿੱਚ ਦਾਖਲ ਲੈਂਦੇ ਆ, ਉਹਨਾਂ ਨੂੰ ਪ੍ਰੋਪਰ ਬੈਨੀਫਿਟਸ ਮਿਲ ਰਹੇ ਆ ਕਿ ਨਹੀਂ। ਸਕੂਲ ਨੂੰ ਕਿੱਥੋਂ ਪਤਾ ਲੱਗਦਾ ਹੈ? ਰਿਕਾਰਡਸ ਤੋਂ ਪਤਾ ਲੱਗਦਾ ਹੈ ਕਿ ਕੋਈ ਬੱਚਾ ਛੁੱਟ ਤਾਂ ਨਹੀਂ ਗਿਆ, ਕੋਈ ਬੱਚਾ ਰਹਿ ਤਾਂ ਨਹੀਂ ਗਿਆ। ਤਾਂ ਇਹ ਜਿਹੜੇ ਦਾ ਪੇਚ ਹੁੰਦੇ ਆ ਕਾਨੂੰਨੀ, ਜਿਨ੍ਹਾਂ ਨੂੰ ਬੋਲਦੇ ਆ, ਜਿਨ੍ਹਾਂ ਦੇ ਵਜ੍ਹਾ ਨਾਲ ਬੈਨੀਫਿਟਸ ਲੈਂਦੇ ਆ ਬੱਚੇ ਸਾਰੇ, ਉਹਨਾਂ ਨੂੰ ਪੂਰਾ ਕਰਨ ਦੇ ਵਿੱਚ ਸਕੂਲ ਨੂੰ ਰਿਕਾਰਡ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ। ਉਸ ਤੋਂ ਬਾਅਦ ਹੈ ਰਿਕਾਰਡ ਰੱਖਦੇ ਸਮੇਂ ਧਿਆਨ ਦੇਣ ਯੋਗ ਗੱਲਾਂ। ਰਜਿਸਟਰ ਸਾਫ਼ ਸੁਥਰੇ ਰੂਪ ਵਿੱਚ ਹੋਣੇ ਚਾਹੀਦੇ ਹਨ। ਹੁਣ ਕੀ ਹੈ, ਗੱਲਾਂ ਦਾ ਕੀ ਧਿਆਨ ਰੱਖਦੇ ਆ ਜਦੋਂ ਇੱਕ ਰਜਿਸਟਰ ਨੂੰ, ਰਿਕਾਰਡ ਨੂੰ ਮੇਨਟੇਨ ਕੀਤਾ ਜਾਂਦਾ ਹੈ? ਕਿਸ ਗੱਲਾਂ ਦਾ ਧਿਆਨ ਰੱਖਦੇ ਆ ਕਿ ਜੋ ਰਿਕਾਰਡ ਰਜਿਸਟਰ ਦੇ ਵਿੱਚ ਮੇਨਟੇਨ ਕੀਤਾ ਜਾ ਰਿਹਾ ਉਹ ਸਾਫ਼ ਸੁਥਰਾ ਲਿਖਿਆ ਹੋਣਾ ਚਾਹੀਦਾ, ਕਟਿੰਗਸ ਨਹੀਂ ਹੋਣੀਆਂ ਚਾਹੀਦੀਆਂ। ਇਸ ਕਰਕੇ ਜਦੋਂ ਵੀ ਕੋਈ ਰਜਿਸਟਰ, ਖਾਸ ਕਰਕੇ ਰਿਕਾਰਡ ਵਾਲਾ ਰਜਿਸਟਰ ਬਣਦਾ ਤਾਂ ਉਹਦੇ ਉੱਪਰ ਕਟਿੰਗਸ ਨਹੀਂ ਹੁੰਦੀਆਂ। ਇੱਕ ਪ੍ਰੋਪਰ ਸਾਫ਼ ਸੁਥਰੀ ਰਾਈਟਿੰਗ ਦੇ ਨਾਲ ਪ੍ਰੋਪਰ ਇਨਫੋਰਮੇਸ਼ਨ ਲਿਖਦੇ ਹੋਏ ਰਿਕਾਰਡ ਬਣਾਇਆ ਜਾਂਦਾ ਹੈ। ਵੱਖ-ਵੱਖ ਵਿਸ਼ਿਆਂ ਦੀ ਨਿਗਰਾਨੀ ਹੇਠ, ਵਿਸ਼ੇਸ਼ਗਿਆਂ ਦੀ ਨਿਗਰਾਨੀ ਹੇਠ ਹੋਣੇ ਚਾਹੀਦੇ ਹਨ। ਹੁਣ ਵਿਸ਼ੇਸ਼ਗਿ ਕਿਹੜੇ ਹੁੰਦੇ ਆ? ਵੱਖ-ਵੱਖ, ਜਿਵੇਂ ਰਜਿਸਟਰਸ ਆ, ਰਿਕਾਰਡਸ ਆ, ਪ੍ਰਿੰਸੀਪਲ ਦੀ ਨਿਗਰਾਨੀ ਹੇਠ ਹੁੰਦਾ, ਕਲਰਕ ਦੀ ਨਿਗਰਾਨੀ ਦੇ ਹੇਠ ਹੁੰਦਾ, ਟੀਚਰ ਦੀ ਨਿਗਰਾਨੀ ਦੇ ਹੇਠ ਹੁੰਦੇ ਆ। ਯਾਨੀ ਕਿ ਜੋ ਰਜਿਸਟਰ ਆ ਉਹ ਹਰ ਇੱਕ ਦੀ ਨਿਗਰਾਨੀ ਹੇਠ ਸਿਕਿਉਰ ਔਰ ਸੇਫਲੀ ਪਏ ਹੋਣੇ ਚਾਹੀਦੇ ਆ। ਰਿਕਾਰਡਾਂ ਦੀ ਪੂਰੀ ਸੂਚੀ ਹੋਣੀ ਚਾਹੀਦੀ ਹੈ, ਜਿਸ ਦੀ ਕਾਪੀ ਪ੍ਰਿੰਸੀਪਲ ਜਾਂ ਹੈਡ ਕਲਰਕ ਕੋਲ ਹੋਣੀ ਚਾਹੀਦੀ ਆ। ਹੁਣ ਜਿੰਨੇ ਵੀ ਰਿਕਾਰਡਸ ਆ ਉਹਦੀ ਕੀ ਹੈ, ਇੱਕ ਲਿਸਟ ਹੁੰਦੀ ਹੈ, ਇੱਕ ਲਿਸਟ ਬਣਦੀ ਹੈ ਜਿਹਦੇ ਵਿੱਚ ਹਰ ਤਰ੍ਹਾਂ ਦਾ ਰਿਕਾਰਡ ਲਿਖਿਆ ਹੁੰਦਾ ਹੈ। ਔਰ ਉਹ ਜਿਹੜੀ ਲਿਸਟ ਆ ਉਹ ਕਿਹਦੇ ਕੋਲ ਹੁੰਦੀ ਹੈ? ਜਾਂ ਤਾਂ ਪ੍ਰਿੰਸੀਪਲ ਕੋਲ ਹੁੰਦੀ ਹੈ ਜਾਂ ਫਿਰ ਹੈਡ ਕਲਰਕ ਕੋਲ ਹੁੰਦੀ ਹੈ, ਜਿਹਦੇ ਵਿੱਚ ਕੀ ਹੈ, ਸਾਰਾ ਰਿਕਾਰਡ ਹੁੰਦਾ। ਹੁਣ ਤੁਸੀਂ ਜਦੋਂ ਦਫ਼ਤਰ ਵਿੱਚ ਕਦੇ ਵੀ ਜਾਂਦੇ ਹੋ, ਤੁਸੀਂ ਰਿਜ਼ਲਟ ਵੀ ਲੈਣ ਜਾਂਦੇ ਹੋ, ਤੁਸੀਂ ਟੀਚਰ ਕੋਲ ਨਹੀਂ ਜਾਂਦੇ, ਤੁਸੀਂ ਕਿਹਦੇ ਕੋਲ ਜਾਂਦੇ ਹੋ? ਦਫ਼ਤਰ ਕਲਰਕ ਦੇ ਕੋਲ, ਕਿ ਮੈਮ ਸਾਡਾ ਜੋ ਹੈ ਰਿਜ਼ਲਟ ਕੀ ਆਇਆ ਹੈ, ਸਾਡਾ ਕੀ ਪ੍ਰੋਗਰੈਸ ਹੈਗੀ ਹੈ, ਸਾਡਾ ਸਰਟੀਫਿਕੇਟ ਦੇ ਦਿਓ। ਤੁਸੀਂ ਕਿਹਦੇ ਕੋਲ ਜਾਓਗੇ? ਤੁਸੀਂ ਕਲਰਕ ਕੋਲ ਜਾਓਗੇ, ਠੀਕ ਹੈ। ਔਰ ਜੋ ਰਿਕਾਰਡ ਹੈ ਉਹ ਕਿਹਦੀ ਨਿਗਰਾਨੀ ਚ ਹੁੰਦੇ ਆ? ਪ੍ਰਿੰਸੀਪਲ ਔਰ ਕਲਰਕ ਦੀ। ਰਿਕਾਰਡ ਦੇ ਉੱਪਰ ਜ਼ਰੂਰੀ ਤੱਤ ਲਿਖੇ ਹੋਣੇ ਚਾਹੀਦੇ ਹਨ। ਹੁਣ ਰਿਕਾਰਡ ਦੇ ਉੱਪਰ ਕੀ ਹੈ, ਹਰ ਇੱਕ ਚੀਜ਼ ਜ਼ਰੂਰੀ ਤੱਤ ਲਿਖੇ ਹੁੰਦੇ ਆ। ਮਤਲਬ ਕਿ ਇਹ ਨਹੀਂ ਕਿ ਕਹਾਣੀਆਂ ਬਣਾ ਕੇ ਲਿਖੀਆਂ ਹੋਈਆਂ। ਜੋ ਮੇਨ ਔਰ ਜ਼ਰੂਰੀ ਪੁਆਇੰਟਸ ਹੈ ਰਿਕਾਰਡ ਦੇ ਉੱਪਰ ਹਮੇਸ਼ਾ ਉਹੀ ਲਿਖੇ ਜਾਂਦੇ ਨੇ। ਜਿਵੇਂ ਬੱਚੇ ਦਾ ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਹੈਗਾ ਹੈ, ਕੀ ਉਹਦੇ ਮਾਂ ਦਾ ਨਾਮ ਆ, ਕੀ ਹੈ ਨਾ, ਮਾਤਾ ਦਾ ਨਾਮ ਹੈ, ਕੀ ਪਿਤਾ ਦਾ ਨਾਮ ਹੈ, ਕਿਆ ਉਹਦਾ ਐਡਰੈਸ ਹੈਗਾ, ਕਿਆ ਉਹਦਾ ਫੋਨ ਨੰਬਰ ਹੈਗਾ, SC ਹੈ, BC ਹੈ, ਡੇਟ ਆਫ ਬਰਥ ਕੀ ਹੈ। ਯਾਨੀ ਕਿ ਹਰ ਕੀ ਹੈ ਇਨਫੋਰਮੇਸ਼ਨ ਜੋ ਜ਼ਰੂਰੀ ਹੈ ਉਹ ਰਿਕਾਰਡ ਵਿੱਚ ਲਿਖੀ ਜਾਂਦੀ ਹੈ। ਹਰੇਕ ਰਜਿਸਟਰ ਦੇ ਪੰਨੇ ਦੀ ਗਿਣਤੀ ਹੋਣੀ ਚਾਹੀਦੀ ਹੈ। ਹੁਣ ਜਦੋਂ ਵੀ ਕੋਈ ਵੀ ਰਿਕਾਰਡ, ਦਫ਼ਤਰੀ ਕੋਈ ਰਿਕਾਰਡ ਬਣਦਾ, ਕਿਉਂਕਿ ਤੁਸੀਂ ਟੀਚਰ ਟ੍ਰੇਨਿੰਗ ਕਰ ਰਹੇ ਹੋ, ਟੀਚਰ ਟ੍ਰੇਨਿੰਗ ਦਾ ਮਤਲਬ ਹੈ ਕਿ ਕੱਲ ਨੂੰ ਤੁਸੀਂ ਟੀਚਰ ਲੱਗਣਾ ਤਾਂ ਤੁਹਾਨੂੰ ਇਹ ਸਾਰੀਆਂ ਜ਼ਰੂਰੀ ਗੱਲਾਂ ਪਤਾ ਹੋਣੀਆਂ ਚਾਹੀਦੀਆਂ। ਹੁਣ ਜਦੋਂ ਤੁਸੀਂ ਟੀਚਰ ਲੱਗਣਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਦੋਂ ਵੀ ਅਸੀਂ ਕੋਈ ਕੰਮ ਕਰਦੇ ਹਾਂ, ਖਾਸ ਕਰਕੇ ਕਲਾਸ ਦਾ, ਜਾਂ ਟੀਚਰ ਆਪਣਾ ਕੋਈ ਰਿਕਾਰਡ ਜਾਂ ਬੱਚੇ ਦਾ ਕੋਈ ਰਿਕਾਰਡ ਮੇਨਟੇਨ ਕਰ ਰਿਹਾ, ਜਾਂ ਸਕੂਲ ਦਫ਼ਤਰ ਕੋਈ ਵੀ ਆਪਣਾ ਰਿਕਾਰਡ ਮੇਨਟੇਨ ਕਰ ਰਿਹਾ ਹੈ, ਤਾਂ ਕੀ ਕਰਦੇ ਆ, ਉਹਦੇ ਵਿੱਚ ਉਹਦੀ ਗਿਣਤੀ ਕਰਦੇ ਆ ਸਭ ਤੋਂ ਪਹਿਲਾਂ ਪੇਜਾਂ ਦੀ, ਜਿਹਨੂੰ ਕੀ ਹੈ ਇੱਕ ਪ੍ਰਿੰਸੀਪਲ ਦੁਆਰਾ ਤਸਦੀਕ ਕੀਤਾ ਜਾਂਦਾ। ਠੀਕ ਹੈ, ਪੇਪਰਾਂ ਦੀ ਗਿਣਤੀ ਕਰ ਦਿੱਤੀ ਜਾਂਦੀ ਹੈ ਔਰ ਫਸਟ ਪੇਜ ਤੇ ਲਿਖ ਦਿੱਤਾ ਜਾਂਦਾ ਹੈ ਕਿ ਇਸ ਰਜਿਸਟਰ ਦੀ ਪਹਿਲੇ ਨੰਬਰ ਤੋਂ ਲੈ ਕੇ 50 ਨੰਬਰ ਤੱਕ ਪੇਪਰ ਹੈ। ਮੋਰੇ ਲਿਖ ਦਿੱਤਾ ਜਾਂਦਾ ਕਿ ਦਰਜ ਕੀਤੇ ਗਏ, ਕਿ 1 ਤੋਂ 50 ਤੱਕ ਨੰਬਰ ਆ, ਤਾਂ ਜੋ ਕੋਈ ਵੀ ਵਿੱਚੋਂ ਉਸ ਪੇਜ ਨੂੰ ਫਾੜ ਨਾ ਸਕੇ ਔਰ ਰਿਕਾਰਡ ਨੂੰ ਖਰਾਬ ਨਾ ਕਰ ਸਕੇ। ਇਹ ਗਿਣਤੀ ਇਸ ਲਈ ਕੀਤੀ ਜਾਂਦੀ ਹੈ। ਰਜਿਸਟਰ ਇੱਕ ਕ੍ਰਮ ਵਿੱਚ ਰੱਖੇ ਜਾਣੇ ਚਾਹੀਦੇ ਹਨ। ਹੁਣ ਰਜਿਸਟਰ ਕੀ ਹੈ? ਕ੍ਰਮ ਵਾਈਜ਼, ਸੀਰੀਅਲ ਵਾਈਜ਼ ਰੱਖੇ ਜਾਂਦੇ ਆ। ਜਿਵੇਂ 2019 ਦਾ ਸੈਸ਼ਨ ਪਹਿਲਾਂ ਆਊਗਾ, 2020 ਦਾ ਸੈਸ਼ਨ ਫੇਰ ਆਊਗਾ, 21 ਦਾ ਫੇਰ ਆਊਗਾ, ਹੈ ਨਾ। ਇਹਦਾ ਇੱਕ ਕ੍ਰਮ ਦੇ ਵਿੱਚ ਕੀ ਆ, ਹਮੇਸ਼ਾ ਰਿਕਾਰਡ ਨੂੰ ਮੇਨਟੇਨ ਕੀਤਾ ਜਾਂਦਾ ਹੈ, ਰਿਕਾਰਡ ਨੂੰ ਏਦਾਂ ਆਪਣੇ ਕੋਲ ਰੱਖਿਆ ਜਾਂਦਾ ਹੈ, ਤਾਂ ਜੋ ਜਦੋਂ ਵੀ ਜਿਸ ਚੀਜ਼ ਦੀ ਵੀ ਸਾਨੂੰ ਲੋੜ ਪਵੇ, ਜਿਸ ਰਿਕਾਰਡ ਦੀ ਲੋੜ ਪਵੇ, ਅਸੀਂ ਆਸਾਨੀ ਨਾਲ ਲੱਭ ਲਈਏ। ਇਹ ਨਾ ਹੋਵੇ ਗੁੱਚੂ ਮੁੱਚੂ ਕਰਕੇ ਰੱਖਿਆ ਔਰ ਜਦੋਂ ਸਾਨੂੰ ਲੱਭਣ ਦੀ ਲੋੜ ਪਈ ਹੈ ਤੇ ਸਾਨੂੰ ਰਿਕਾਰਡ ਪ੍ਰੋਪਰ ਲੱਭ ਹੀ ਨਹੀਂ ਰਿਹਾ। ਇਸ ਕਰਕੇ ਰਿਕਾਰਡ ਨੂੰ ਜਦੋਂ ਵੀ ਰੱਖਣਾ ਆਪਣੇ ਕੋਲ ਬਿਲਕੁਲ ਸਹੀ ਕ੍ਰਮ ਦੇ ਵਿੱਚ ਸਜਾਉਂਦੇ ਹੋਏ ਰੱਖਣਾ।
ਉਸ ਤੋਂ ਬਾਅਦ ਹੈ ਧਿਆਨ ਦੇਣ ਯੋਗ ਗੱਲਾਂ ਹੋਰ ਕਿਹੜੀਆਂ ਨੇ। ਹਰ ਸਾਲ ਰਜਿਸਟਰ ਦੀ ਪੜਤਾਲ ਪ੍ਰਿੰਸੀਪਲ ਦੁਆਰਾ ਹੋਣੀ ਚਾਹੀਦੀ ਹੈ। ਹੁਣ ਕੀ ਹੈ, ਹਰ ਸਾਲ ਪੜਤਾਲ ਹੋਣੀ ਜ਼ਰੂਰੀ ਹੈ। ਪੜਤਾਲ ਕੀ ਹੁੰਦਾ, ਰਜਿਸਟਰ ਦੀ ਚੈਕਿੰਗ, ਜੋ ਕਿ ਪ੍ਰਿੰਸੀਪਲ ਨੂੰ ਕਰਨੀ ਚਾਹੀਦੀ ਹੈ ਕਿ ਜੋ ਵੀ ਇਨਫੋਰਮੇਸ਼ਨ ਜਾਂ ਜੋ ਰਿਕਾਰਡ ਚਾਹੀਦਾ ਸੀ ਕਿ ਉਹ ਪ੍ਰੋਪਰ ਰਜਿਸਟਰ ਦੇ ਉੱਪਰ ਚੜਿਆ, ਕੁਝ ਰਹਿੰਦਾ ਤਾਂ ਨਹੀਂ ਹੈ ਨਾ। ਇਹਦੀ ਪੜਤਾਲ ਕੌਣ ਕਰਦਾ ਹੈ, ਇਹਦੀ ਪੜਤਾਲ ਪ੍ਰਿੰਸੀਪਲ ਕਰਦਾ ਹੈ। ਰਿਕਾਰਡ ਇੰਚਾਰਜ ਦੀ ਨਿਗਰਾਨੀ ਹੇਠ ਹੋਣਾ ਚਾਹੀਦਾ। ਹੁਣ ਅਗਰ ਕੋਈ ਰਿਕਾਰਡ ਹੈ ਬੱਚਿਆਂ ਨਾਲ ਰਿਲੇਟਿਡ ਤਾਂ ਉਹ ਕੀ ਹੈ, ਇੰਚਾਰਜ, ਜੋ ਤੁਹਾਡੇ ਕਲਾਸ ਇੰਚਾਰਜ ਹੁੰਦੇ ਨੇ ਹੈ ਨਾ, ਜੋ ਤੁਹਾਨੂੰ ਪੜ੍ਹਾਉਂਦੇ ਨੇ, ਉਹਨਾਂ ਦੇ ਅੰਡਰ ਕੀ ਹੈ ਉਹ ਸਾਰਾ ਰਿਕਾਰਡ ਹੁੰਦਾ ਹੈ। ਰਿਕਾਰਡ ਨੂੰ ਤਾਲਿਆਂ ਵਿੱਚ ਬੰਦ ਕਰਕੇ ਰੱਖਣਾ ਚਾਹੀਦਾ। ਔਰ ਟੀਚਰ ਕੀ ਹੈ, ਕਦੇ ਵੀ ਰਿਕਾਰਡ ਕੀ ਹੈ ਬੱਚਿਆਂ ਸਾਹਮਣੇ ਨਹੀਂ ਰੱਖਦੇ, ਕਿਉਂਕਿ ਕਈ ਕੌਨਫੀਡੈਂਸ਼ੀਅਲ ਹੁੰਦੇ ਆ, ਠੀਕ ਹੈ, ਕਈ ਬਹੁਤ ਜ਼ਰੂਰੀ ਹੁੰਦੇ ਆ, ਕੌਨਫੀਡੈਂਸ਼ੀਅਲ ਹੁੰਦੇ ਆ, ਬੱਚਿਆਂ ਤੋਂ ਬਚਾ ਕੇ ਰੱਖਣੇ ਹੁੰਦੇ ਆ, ਤਾਂ ਉਹ ਰਿਕਾਰਡਸ ਨੂੰ ਕੀ ਕਰਦੇ ਆ, ਅਲਮਾਰੀ ਦੇ ਵਿੱਚ ਲੌਕ ਵਿੱਚ ਰੱਖਦੇ ਆ। ਰਿਕਾਰਡ ਗੁਪਤ ਰੂਪ ਵਿੱਚ ਰੱਖੇ ਜਾਣੇ ਚਾਹੀਦੇ ਹਨ, ਕਿਉਂਕਿ ਰਿਕਾਰਡ ਜੋ ਹੁੰਦੇ ਆ ਉਹ ਗੁਪਤ ਹੁੰਦੇ ਆ, ਕੋਈ ਉਹਨਾਂ ਨਾਲ ਛੇੜਛਾੜ ਨਾ ਕਰੇ, ਤਾਂ ਕੀ ਹੈ ਉਸਨੂੰ ਆਪਾਂ ਸਿਕਿਉਰ ਕਰਕੇ ਗੁਪਤ ਰੂਪ ਦੇ ਵਿੱਚ ਛੁਪਾ ਕੇ ਰੱਖਦੇ ਆ, ਇੱਕਦਮ ਕੌਨਫੀਡੈਂਸ਼ੀਅਲ। ਰਿਕਾਰਡ ਬਿਲਕੁਲ ਠੀਕ ਠਾਕ ਤੇ ਸਾਫ ਸੁਥਰੇ ਹੋਣੇ ਚਾਹੀਦੇ ਆ। ਹੁਣ ਜੋ ਰਿਕਾਰਡ ਹੈ ਉਹ ਸਾਫ ਸੁਥਰੇ ਹੋਣਗੇ, ਠੀਕ ਹੈ, ਇਹ ਨਹੀਂ ਕਿ ਉਹਦੇ ਉੱਪਰ ਕਟਿੰਗ ਕੀਤੀ ਹੋਈ ਹੈ, ਇੱਕ ਪੇਜ ਫਾੜਿਆ ਹੋਇਆ, ਦੂਆ ਕੱਢਿਆ ਹੋਇਆ, ਨਾ। ਕਦੇ ਵੀ ਜਦੋਂ ਵੀ ਰਿਕਾਰਡ ਮੇਨਟੇਨ ਕੀਤੇ ਜਾਂਦੇ ਆ, ਨਾ ਤਾਂ ਉਹਦੇ ਵਿੱਚੋਂ ਪੇਪਰ ਫਟਦਾ ਹੈ, ਨਾ ਕਿਉਂਕਿ ਉਹਦੀ ਪੇਜ ਮਾਰਕਿੰਗ ਹੋਈ ਹੁੰਦੀ ਹੈ, ਔਰ ਨਾ ਉਹਦੇ ਉੱਪਰ ਕੋਈ ਕਟਿੰਗ ਹੁੰਦੀ ਹੈ। ਇਸ ਕਰਕੇ ਰਫਲੀ ਕੰਮ ਕਰਦੇ ਹੋਏ ਅਸੀਂ ਜੋ ਰਿਕਾਰਡ ਮੇਨਟੇਨ ਕਰਨਾ ਹੈ ਉਹਨੂੰ ਹਮੇਸ਼ਾ ਫਾਈਨਲ ਤੌਰ ਤੇ ਉੱਪਰ ਹੀ ਮੇਨਟੇਨ ਕਰਦੇ ਹਾਂ। ਉਸ ਤੋਂ ਬਾਅਦ ਆਉਂਦਾ ਹੈ ਰਿਕਾਰਡ ਰੱਖਣ ਦੀ ਜ਼ਰੂਰਤ। ਸੰਸਥਾ ਜਾਂ ਸਕੂਲ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਆਪਣਾ ਰਿਕਾਰਡ ਠੀਕ ਰੱਖਣ। ਹੁਣ ਜ਼ਿੰਮੇਵਾਰੀ ਕਿਹਦੀ ਹੈ ਰਿਕਾਰਡ ਰੱਖਣ ਦੀ, ਜੋ ਸਕੂਲ ਦੀ ਪ੍ਰਬੰਧਕ ਕਮੇਟੀ ਹੈ, ਠੀਕ ਹੈ, ਜੋ ਪ੍ਰਬੰਧਕ ਹੈ, ਜੋ ਪ੍ਰਬੰਧ ਕਰਦੇ ਹੈ, ਉਹ ਕੀ ਹੈ ਰਿਕਾਰਡ ਦੀ ਪੂਰੀ ਜ਼ਿੰਮੇਵਾਰੀ ਰੱਖਦੇ ਆ ਕਿ ਉਹਨਾਂ ਕੋਲ ਰਿਕਾਰਡ ਪ੍ਰੋਪਰ ਪਿਆ ਹੈ ਕਿ ਨਹੀਂ ਪਿਆ ਹੋਇਆ, ਕੁਝ ਰਹਿ ਤਾਂ ਨਹੀਂ ਗਿਆ, ਉਹਨਾਂ ਨੇ ਉਸ ਨੂੰ ਮੇਨਟੇਨ ਕਰਨਾ ਹੈ। ਜਿਵੇਂ ਤੁਹਾਡਾ ਹੁਣ ਰਿਕਾਰਡ ਹੁੰਦਾ ਹੈ ਐਡਮਿਸ਼ਨ ਟਾਈਮ, ਤੁਹਾਡੀ ਅਗਰ ਫੋਟੋ ਵੀ ਨਹੀਂ ਲੱਗੀ, ਤੁਹਾਡੇ ਕੋਲ ਨਹੀਂ ਹੁੰਦੀ, ਮੈਮ ਅੱਜ ਨਹੀਂ ਹੈਗੀ ਅਸੀਂ ਕੱਲ ਦੇਵਾਂਗੇ, ਤਾਂ ਕੀ ਹੈ ਇੱਕ ਪ੍ਰਬੰਧਕ ਦਾ ਕੰਮ ਹੁੰਦਾ ਹੈ ਕਿ ਤੁਹਾਡੇ ਕੋਲੋਂ ਫੋਟੋ ਲੈ ਕੇ ਉਸ ਰਿਕਾਰਡ ਦੇ ਉੱਪਰ ਫੋਟੋ ਲਗਾ ਕੇ ਆਪਣਾ ਰਿਕਾਰਡ ਪ੍ਰੋਪਰ ਮੇਨਟੇਨ ਕਰਕੇ ਰੱਖੇਗਾ। ਸਕੂਲ ਦੀ ਸਮਾਜ ਦੇ ਲਈ ਬਹੁਤ ਜ਼ਿੰਮੇਵਾਰੀ ਹੁੰਦੀ ਹੈ, ਰਿਕਾਰਡ ਨਾਲ ਪਤਾ ਲੱਗ ਜਾਂਦਾ ਹੈ ਕਿ ਉਹਨਾਂ ਦੇ ਫੰਡ ਦਾ ਇਸਤੇਮਾਲ ਕਿੱਥੇ ਕੀਤਾ। ਹੁਣ ਕੀ ਹੈ ਸਮਾਜ ਲਈ ਜ਼ਿੰਮੇਵਾਰੀ ਹੈ। ਸਮਾਜ ਲਈ ਜ਼ਿੰਮੇਵਾਰੀ ਕਿਉਂ ਆ, ਕਿਉਂਕਿ ਆਪਾਂ ਜਦੋਂ ਬੱਚਿਆਂ ਨੂੰ ਸਿੱਖਿਅਤ ਕਰ ਰਹੇ ਹਾਂ ਤਾਂ ਆਪਾਂ ਕੀ ਕਰ ਰਹੇ ਹਾਂ, ਸਮਾਜ ਨੂੰ ਅੱਗੇ ਵਧਾ ਰਹੇ ਹਾਂ, ਠੀਕ ਹੈ, ਕਿਉਂਕਿ ਐਜੂਕੇਸ਼ਨ ਹੀ ਹੈ ਜੋ ਉਹ ਬੱਚੇ ਨੂੰ ਅੱਗੇ ਲੈ ਕੇ ਜਾਂਦੀ ਹੈ। ਔਰ ਰਿਕਾਰਡ ਤੋਂ ਸਾਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਜੋ ਫੰਡਸ ਆਏ, ਫੰਡਸ ਕੀ ਹੁੰਦੇ ਆ, ਜੋ ਪੈਸਾ ਆਇਆ ਬੱਚਿਆਂ ਉੱਪਰ ਖਰਚ ਕਰਨ ਲਈ, ਕਿ ਉਹ ਫੰਡਸ ਸਹੀ ਜਗ੍ਹਾ ਇਸਤੇਮਾਲ ਹੋ ਗਏ, ਔਰ ਇਹ ਜੋ ਫੰਡ ਜੋ ਪਿੱਛੋਂ ਗਵਰਨਮੈਂਟ ਨੇ, ਸਰਕਾਰ ਨੇ ਦਿੱਤੇ ਨੇ, ਕਿ ਇਹਨਾਂ ਨੂੰ ਇਸਤੇਮਾਲ ਕੀਤਾ, ਅਗਰ ਕੀਤਾ ਤਾਂ ਕਿੱਥੇ ਕੀਤਾ, ਜਿਸ ਕੰਮ ਲਈ ਆਇਆ ਸੀ ਉਸ ਕੰਮ ਲਈ ਕੀਤਾ, ਇਹ ਕਿੱਥੋਂ ਪਤਾ ਲੱਗਦਾ, ਸਾਨੂੰ ਰਿਕਾਰਡ ਤੋਂ ਪਤਾ ਲੱਗਦਾ। ਮਾਤਾ ਪਿਤਾ ਲਈ ਜ਼ਿੰਮੇਵਾਰੀ ਹੁੰਦੀ ਹੈ ਜਿਸ ਨਾਲ ਉਹ ਬੱਚਿਆਂ ਦੀ ਸਥਿਤੀ ਦੱਸ ਸਕਦੇ ਹਨ। ਹੁਣ ਮਾਤਾ ਪਿਤਾ ਲਈ ਵੀ ਜ਼ਰੂਰੀ ਹੈ ਰਿਕਾਰਡ ਰੱਖਣਾ, ਠੀਕ ਹੈ, ਕਿਉਂ ਜ਼ਰੂਰਤ ਪੈਂਦੀ ਹੈ ਰਿਕਾਰਡ ਰੱਖਣ ਦੀ, ਤਾਂ ਜੋ ਬੱਚਿਆਂ ਨੂੰ ਉਹਨਾਂ ਦੀ ਐਕਟੀਵਿਟੀਜ਼ ਔਰ ਉਹਨਾਂ ਦੇ ਕਮਜ਼ੋਰ ਕਿਸ ਸਬਜੈਕਟ ਵਿੱਚ ਹੈਗੇ, ਕਿਸ ਵਿੱਚ ਨਹੀਂ ਹੈਗੇ, ਉਹ ਬੱਚਿਆਂ ਨੂੰ ਕੀ ਹੈ ਦੱਸ ਸਕਦੇ ਆ। ਰਿਕਾਰਡ ਦੁਆਰਾ ਕਿੰਨੀਆਂ ਸੀਟਾਂ ਭਰੀਆਂ ਹਨ, ਕਿੰਨੀਆਂ ਖਾਲੀ ਹਨ ਪਤਾ ਲੱਗਦਾ ਹੈ, SC BC ਜਨਰਲ ਕੈਟੇਗਰੀ ਦੇ ਬੱਚੇ ਪਤਾ ਲੱਗਦੇ ਹਨ। ਹੁਣ ਰਿਕਾਰਡ ਕੀ ਹੈ, ਉਹ ਕੀ ਦੱਸਦਾ ਹੈ, ਹੁਣ ਕੈਟਾਗਰੀਜ਼ ਹੁੰਦੀਆਂ ਨੇ, ਜਦੋਂ ਦਾਖਲਾ ਹੁੰਦਾ ਹੈ ਕਿ ਇੰਨੇ % SC ਦਾ ਕੋਟਾ ਹੈ, ਇੰਨੇ % BC ਦਾ ਕੋਟਾ ਹੈ, ਇੰਨੇ % ਜਨਰਲ ਕੈਟਾਗਰੀ ਦਾ ਕੋਟਾ, ਠੀਕ ਹੈ, ਕੋਟਾ ਹੁੰਦਾ ਹੈ। ਔਰ ਜਦੋਂ ਉਹ ਫੀਲਡ ਹੁੰਦਾ ਹੈ ਤਾਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਕਿੰਨਾ SC ਕੋਟਾ ਫੀਲਡ ਹੋ ਗਿਆ, ਕਿੰਨਾ ਜਨਰਲ ਫੀਲਡ ਹੋ ਗਿਆ, ਕਿੰਨਾ BC ਔਰ ਕਿੰਨਾ ਖਾਲੀ ਰਹਿ ਗਿਆ। ਕਿੱਥੋਂ ਪਤਾ ਲੱਗ ਜਾਂਦਾ, ਰਿਕਾਰਡ ਤੋਂ। ਹੁਣ ਸਕੂਲ ਰਿਕਾਰਡ ਦੇ ਰਜਿਸਟਰ, ਠੀਕ ਹੈ, ਰਜਿਸਟਰ ਕੀ ਹੁੰਦੇ ਆ, ਜਿਨ੍ਹਾਂ ਦੇ ਉੱਪਰ ਅਸੀਂ ਰਿਕਾਰਡ ਨੂੰ ਮੇਨਟੇਨ ਕਰਦੇ ਹਾਂ, ਠੀਕ ਹੈ, ਸਾਰਾ ਰਿਕਾਰਡ ਰੱਖਦੇ ਹਾਂ। ਔਰ ਉਹ ਕੀ ਹੈ, ਰਜਿਸਟਰ ਅਲੱਗ-ਅਲੱਗ ਹੁੰਦੇ ਆ। ਹੁਣ ਕਿੰਨੇ ਤਰ੍ਹਾਂ ਦੇ ਰਜਿਸਟਰ ਆ, ਸਭ ਤੋਂ ਪਹਿਲਾਂ ਆਂਦਾ ਸਕੂਲ ਕੈਲੰਡਰ, ਵਿਦਿਆਰਥੀ ਦਾਖਲਾ ਅਤੇ ਖਾਰਜ ਰਜਿਸਟਰ, ਸਟਾਫ ਦਾ ਹਾਜ਼ਰੀ ਰਜਿਸਟਰ, ਸਟਾਕ ਰਜਿਸਟਰ, ਵਿਦਿਆਰਥੀ ਦਾ ਹਾਜ਼ਰੀ ਰਜਿਸਟਰ, ਲੌਗ ਬੁੱਕ, ਸਰਵਿਸ ਬੁੱਕ, ਕੈਸ਼ ਬੁੱਕ, ਫੀਸਾਂ ਦਾ ਵਸੂਲੀ ਰਜਿਸਟਰ, ਵਿਦਿਆਰਥੀਆਂ ਦਾ ਫੰਡ ਰਜਿਸਟਰ, ਸ਼ਿਲਪ ਕਲਾ ਦੇ ਲਈ ਰਿਕਾਰਡ। ਇਹ ਜਿਹੜੇ ਸਾਰੇ ਰਜਿਸਟਰ ਨੇ ਇਹ ਅਲੱਗ-ਅਲੱਗ ਮੇਨਟੇਨ ਕੀਤੇ ਜਾਂਦੇ ਨੇ, ਕਿਉਂਕਿ ਸਾਰੇ ਜੋ ਹੈ ਅਲੱਗ-ਅਲੱਗ ਹੈ।
है ना, सब दा रिकॉर्ड अलग अलग आ और सब दा काम जो आ अलग अलग आ। हुण इहदे तो ਅਸੀਂ ਕਿਹੜਾ ਕੰਮ ਲੈਂਦੇ ਆ, ਇੱਕ ਇੱਕ ਕਰਕੇ ਦੱਸਦੀ ਆ। ਸਕੂਲ ਕੈਲੰਡਰ, ਹੁਣ ਸਕੂਲ ਕੈਲੰਡਰ ਕੀ ਹੁੰਦਾ? ਸਕੂਲ ਕੈਲੰਡਰ ਹੁੰਦਾ ਹੈ ਜਿਹਦੇ ਵਿੱਚ ਸਕੂਲ ਵੱਲੋਂ ਕੀਤੀਆਂ ਜਾ ਰਹੀਆਂ ਛੁੱਟੀਆਂ ਲਿਖੀਆਂ ਹੁੰਦੀਆਂ ਹਨ, ਵੀ ਸਕੂਲ ਕਿਹੜੀ ਕਿਹੜੀ ਛੁੱਟੀ ਕਰ ਰਿਹਾ ਉਹ ਕੈਲੰਡਰ ਦੇ ਵਿੱਚ ਲਿਖਿਆ ਹੁੰਦਾ। ਤੁਹਾਡੇ ਕੋਲ ਪਿਕਚਰ ਦਿਖ ਰਹੀ ਹੈ ਕਿ ਸਕੂਲ ਕੈਲੰਡਰ ਕਿਵੇਂ ਹੁੰਦਾ ਹੈ। ਸਕੂਲ ਪ੍ਰੀਖਿਆ, ਸਕੂਲ ਵੱਲੋਂ ਪ੍ਰੀਖਿਆਵਾਂ ਤੇ ਸਾਲਾਨਾ ਪ੍ਰੀਖਿਆਵਾਂ ਦੀ ਮਿਤੀਆਂ। ਹੁਣ ਸਕੂਲ ਕੀ ਹੈ ਪਹਿਲਾਂ ਹੀ ਡਿਸਾਈਡ ਕਰ ਲੈਂਦੇ ਆ ਕਿ ਕਦੋਂ ਉਹਨਾਂ ਨੇ ਫਾਈਨਲ ਐਗਜ਼ਾਮ ਕਰਨੇ ਨੇ ਔਰ ਕਦੋਂ ਉਹਨਾਂ ਨੇ ਕੱਚੇ ਐਗਜ਼ਾਮ ਕਰਨੇ ਨੇ, ਉਹ ਕੀ ਹੈ ਸਕੂਲ ਕੈਲੰਡਰ ਵਿੱਚ ਦਰਜ ਹੋ ਜਾਂਦੇ ਨੇ। ਸਕੂਲ ਦੇ ਵੱਖ-ਵੱਖ ਉਤਸਵ ਦੀਆਂ ਨੀਤੀਆਂ ਤੇ ਇੰਚਾਰਜ ਦਾ ਨਾਂ। ਹੁਣ ਸਕੂਲ ਵਿੱਚ ਕਿਹੜੇ ਕਿਹੜੇ ਫੈਸਟੀਵਲਸ ਮਨਾ ਰਿਹਾ, ਕਿਹੜੇ ਕਿਹੜੇ ਉਹਨਾਂ ਦੇ ਆਪਣੇ ਫੰਕਸ਼ਨਸ ਹੋ ਰਹੇ ਆ, ਇੰਚਾਰਜ ਦੇ ਨਾਮ ਸਾਰੇ ਕੀ ਆ ਸਕੂਲ ਕੈਲੰਡਰ ਵਿੱਚ ਲਿਖੇ ਜਾਂਦੇ ਆ। ਟੂਰਨਾਮੈਂਟ ਦੀਆਂ ਮਿਤੀਆਂ, ਸਾਡੇ ਜੋ ਗੇਮਸ ਹੁੰਦੀਆਂ ਨੇ ਹੈ ਨਾ, ਕਲਚਰ ਪ੍ਰੋਗਰਾਮ ਹੁੰਦੇ ਨੇ, ਟੂਰਨਾਮੈਂਟ ਹੁੰਦੇ ਨੇ, ਉਹਨਾਂ ਦੀਆਂ ਮਿਤੀਆਂ ਕੀ ਹੈ ਸਕੂਲ ਕੈਲੰਡਰ ਉੱਪਰ ਲਗਾਈਆਂ ਜਾਂਦੀਆਂ ਨੇ। ਪਿਕਨਿਕ ਸੈਰ ਸਪਾਟੇ ਦੀਆਂ ਮਿਤੀਆਂ, ਹੁਣ ਅਗਰ ਕੋਈ ਪਿਕਨਿਕ ਲਈ ਜਾ ਰਿਹਾ ਹੈ ਨਾ ਕਿਤੇ ਘੁੰਮਣ, ਤਾਂ ਉਹਦੀ ਕੀ ਹੈ ਮਿਤੀ ਜਿਹੜੀ ਹੈ ਸਕੂਲ ਕੈਲੰਡਰ ਉੱਪਰ ਦਰਜ ਕੀਤੀ ਜਾਂਦੀ ਹੈ। ਪਿਕਨਿਕ ਸੈਰ ਸਾਲਾਨਾ, ਛਮਾਹੀ, ਤਿਮਾਹੀ ਭੇਜੀ ਜਾਣ ਵਾਲੀ ਰਿਪੋਰਟ ਦੀਆਂ ਮਿਤੀਆਂ। ਹੁਣ ਸਾਲਾਨਾ ਰਿਪੋਰਟ ਜਾਂਦੀ ਹੈ, ਤਿਮਾਹੀ ਰਿਪੋਰਟ ਜਾਂਦੀ ਹੈ ਨਾ, ਔਰ ਛਮਾਹੀ ਰਿਪੋਰਟ ਜਾਂਦੀ ਹੈ। ਜਿਹੜੀਆਂ ਰਿਪੋਰਟਸ ਜਾਂਦੀਆਂ ਨੇ ਉਹ ਕਿਸ ਕਿਸ ਡੇਟ ਨੂੰ ਜਾਣੀ ਹੈ, ਇਹ ਕੀ ਹੈ ਸਕੂਲ ਕੈਲੰਡਰ ਉੱਪਰ ਸਾਫ਼ ਤੌਰ ਤੇ ਦਰਜ ਕੀਤੀ ਜਾਂਦੀ ਹੈ, ਲਿਖੀ ਜਾਂਦੀ ਹੈ। ਬੋਰਡ ਪ੍ਰੀਖਿਆ ਲਈ ਦਾਖਲਾ ਫਾਰਮ ਭੇਜਣ ਦੀ ਮਿਤੀ। ਹੁਣ ਬੋਰਡ ਪ੍ਰੀਖਿਆ ਜਦੋਂ ਤੁਹਾਡੀਆਂ ਫਾਈਨਲ ਐਗਜ਼ਾਮ ਹੁੰਦੇ ਨੇ, ਉਹਦੀ ਦਾਖਲਾ ਮਿਤੀ ਫਾਰਮ ਭੇਜਣ ਦੀ ਕਦੋਂ ਤੱਕ ਮਿਤੀ ਹੈ, ਉਹ ਕੀ ਹੈ ਸਕੂਲ ਕੈਲੰਡਰ ਉੱਪਰ ਦੱਸੀ ਜਾਂਦੀ ਹੈ। ਸਟਾਫ ਮੀਟਿੰਗਾਂ ਦੀਆਂ ਮਿਤੀਆਂ, ਔਰ ਕੀ ਹੈ ਜੋ ਸਟਾਫ ਦੀਆਂ ਮੀਟਿੰਗਸ ਹੁੰਦੀਆਂ ਨੇ ਪ੍ਰਿੰਸੀਪਲ ਦੀ, ਟੀਚਰਸ ਦੇ ਨਾਲ ਜੋ ਸਟਾਫ ਮੀਟਿੰਗਸ ਹੁੰਦੀਆਂ ਨੇ, ਉਹਨੂੰ ਕੀ ਹੈ ਸਕੂਲ ਕੈਲੰਡਰ ਉੱਪਰ ਲਿਖਿਆ ਜਾਂਦਾ ਹੈ। ਉਸ ਤੋਂ ਬਾਅਦ ਆਉਂਦੇ ਆ ਵਿਦਿਆਰਥੀ ਦਾ ਦਾਖਲਾ ਖਾਰਜ ਰਜਿਸਟਰ। ਹੁਣ ਦਾਖਲਾ ਔਰ ਖਾਰਜ ਯਾਨੀ ਕਿ ਨਾਮ ਕੱਟਣਾ, ਦੋਨੋਂ ਦਾ ਰਜਿਸਟਰ, ਜੋ ਇਹ ਰਜਿਸਟਰ ਪ੍ਰਿੰਸੀਪਲ ਦੀ ਨਿਗਰਾਨੀ ਹੇਠ ਕਲਰਕ ਹੇਠ ਹੁੰਦਾ ਹੈ ਔਰ ਇਸ ਵਿੱਚ ਕੀ ਹੈ ਘੱਟੋ ਘੱਟ 50 ਸਾਲ ਤੱਕ ਦਾ ਰਿਕਾਰਡ ਰੱਖਣਾ ਚਾਹੀਦਾ ਹੈ। ਠੀਕ ਹੈ, ਹੁਣ ਜਿਵੇਂ ਇੱਕ ਬੱਚੇ ਨੇ ਦਾਖਲਾ ਲੈ ਲਿਆ ਜਾਂ ਉਹਨੇ ਬਾਅਦ ਵਿੱਚ ਨਾਮ ਕਟਾ ਲਿਆ, ਤਾਂ ਇਹ ਜੋ ਰਿਕਾਰਡ ਹੈ 50 ਸਾਲ ਤੱਕ ਦਾ, ਘੱਟ ਤੋਂ ਘੱਟ 50 ਸਾਲ ਤੱਕ ਦਾ ਰਿਕਾਰਡ ਸੰਭਾਲ ਕੇ ਰੱਖਿਆ ਜਾਊਗਾ, ਤਾਂ ਜੋ ਕਦੇ ਵੀ ਕੋਈ ਵੀ ਆ ਕੇ ਆਪਣਾ ਰਿਕਾਰਡ ਲੈ ਸਕਦਾ। ਜਿਹਦੇ ਤੇ ਕੀ ਲਿਖਿਆ ਜਾਂਦਾ ਹੈ, ਜਿਹਦੇ ਤੇ ਕਿਹੜੀਆਂ ਚੀਜ਼ਾਂ। ਹੁਣ ਦਾਖਲਾ ਰਜਿਸਟਰ ਉੱਪਰ ਕੀ ਕੀ ਚੀਜ਼ਾਂ ਨੋਟ ਕੀਤੀਆਂ ਜਾਂਦੀਆਂ ਹਨ? ਦਾਖਲਾ ਨੰਬਰ, ਤੁਹਾਡੇ ਦਾਖਲੇ ਦੀ ਮਿਤੀ ਕਿ ਕਿਸ ਡੇਟ ਨੂੰ ਤੁਸੀਂ ਦਾਖਲਾ ਲਿਆ ਸੀ, ਵਿਦਿਆਰਥੀ ਦਾ ਨਾਮ, ਤੁਹਾਡਾ ਨਾਮ ਕੀ ਹੈ, ਵਿਦਿਆਰਥੀ ਦੀ ਜਨਮ ਤਰੀਕ ਵੀ, ਉਹਦੀ ਜਨਮ ਤਰੀਕ ਕੀ ਹੈ, ਵਿਦਿਆਰਥੀ ਦੇ ਮਾਤਾ ਪਿਤਾ ਦਾ ਨਾਮ ਅਤੇ ਪੇਸ਼ਾ ਅਤੇ ਪਤਾ। ਠੀਕ ਹੈ, ਕੀ ਵਿਦਿਆਰਥੀ ਦੇ ਮਾਤਾ ਦਾ ਨਾਮ ਹੈ, ਕੀ ਪਿਤਾ ਦਾ ਨਾਮ ਆ, ਕੀ ਪੇਸ਼ਾ ਹੈ ਉਹਦੇ ਫਾਦਰ ਦਾ, ਔਰ ਕੀ ਉਹਦਾ ਐਡਰੈਸ ਆ, ਉਹ ਕਿਹਦੇ ਤੇ ਲਿਖਿਆ ਜਾਂਦਾ? ਦਾਖਲਾ ਰਜਿਸਟਰ ਤੇ। ਕਿਹੜੀ ਜਮਾਤ ਵਿੱਚ ਦਾਖਲਾ ਕੀਤਾ ਹੈ, ਵੀ ਉਹਨੇ ਕਿਹੜੀ ਕਲਾਸ ਦੇ ਵਿੱਚ ਐਡਮਿਸ਼ਨ ਲਈ ਹੈ, ਇਹ ਕੀ ਹੈ ਦਾਖਲਾ ਰਜਿਸਟਰ ਤੇ ਨੋਟ ਹੁੰਦਾ ਹੈ। ਵਿਦਿਆਰਥੀ ਦੇ ਸਕੂਲ ਛੱਡਣ ਦੀ ਤਰੀਕ ਔਰ ਕਿਸ ਤਰੀਕ ਨੂੰ ਉਹਨੇ ਸਕੂਲ ਛੱਡਿਆ, ਇਹ ਵੀ ਕੀ ਹੈ ਦਾਖਲਾ ਰਜਿਸਟਰ ਉੱਪਰ ਚੜਾਇਆ ਜਾਂਦਾ ਹੈ। ਔਰ ਸਕੂਲ ਛੱਡਣ ਦਾ ਕਾਰਨ, ਔਰ ਜੇ ਉਹਨੇ ਵਿੱਚ ਜੇ ਕਰਕੇ ਕੋਈ ਆਪਣਾ ਸਕੂਲ ਛੱਡ ਦਿੱਤਾ ਜਾਂ ਕਿਸੇ ਕਾਰਨ ਕਰਕੇ ਕੋਰਸ ਜਾਂ ਸਕੂਲ ਨਹੀਂ ਕਰ ਸਕਦਾ, ਤਾਂ ਕੀ ਕਰਦਾ ਹੈ ਉਹ ਉਸਦਾ ਰੀਜ਼ਨ ਦੱਸਦਾ ਕਿ ਮੈਂ ਇਸ ਰੀਜ਼ਨ ਕਰਕੇ ਅੱਗੋਂ ਸਟੱਡੀ ਨਹੀਂ ਕਰਨਾ ਚਾਹੁੰਦਾ, ਜੋ ਕਿ ਉਹਦੇ ਉੱਪਰ ਰਿਕਾਰਡ ਦੇ ਤੌਰ ਤੇ ਹਮੇਸ਼ਾ ਦਰਜ ਹੁੰਦਾ। ਉਸ ਤੋਂ ਬਾਅਦ ਨੈਕਸਟ ਆਉਂਦਾ ਸਟਾਫ ਦਾ ਹਾਜ਼ਰੀ ਰਜਿਸਟਰ। ਹੁਣ ਸਟਾਫ ਹਾਜ਼ਰੀ ਰਜਿਸਟਰ ਕੀ ਹੈ? ਜਿਹਦੇ ਵਿੱਚ ਟੀਚਰ ਜੋ ਰੋਜ਼ ਆ ਰਿਹਾ ਉਹ ਕੀ ਹੈ ਆਪਣਾ ਟਾਈਮ ਪਾ ਕੇ ਹਾਜ਼ਰੀ ਲਗਾਉਂਦਾ, ਜਿਹਨੂੰ ਬੋਲਦੇ ਆ ਸਟਾਫ ਦਾ ਹਾਜ਼ਰੀ ਰਜਿਸਟਰ। ਜਿੰਨੇ ਵੀ ਟੀਚਰ ਆ ਸਟਾਫ ਦੇ, ਠੀਕ ਹੈ, ਉਹਨਾਂ ਦਾ ਇੱਕ ਸੁਬਹ ਕੰਮ ਹੈ, ਜਦੋਂ ਉਹਨਾਂ ਨੇ ਆਣਾ ਆਪਣਾ ਹਾਜ਼ਰੀ ਲਗਾਣੀ ਹੈ, ਜਿਵੇਂ ਬੱਚਿਆਂ ਦੀ ਲੱਗਦੀ ਹੈ ਸੇਮ ਇਸੇ ਤਰ੍ਹਾਂ ਟੀਚਰਸ ਦੀ ਲੱਗਦੀ ਹੈ ਕਿ ਉਹ ਸਵੇਰੇ ਆਉਂਦੇ ਆ ਔਰ ਜਦੋਂ ਵੀ ਜਾ ਰਿਹਾ, ਅਗਰ ਉਹ ਛੁੱਟੀ ਲੈ ਕੇ ਵੀ ਜਾ ਰਿਹਾ ਤਾਂ ਵੀ ਉਹ ਆਪਣੀ ਹਾਜ਼ਰੀ ਲਗਾ ਕੇ ਜਾ ਰਿਹਾ ਕਿ ਮੈਂ ਇੰਨੀ ਛੁੱਟੀ ਲਈ ਸੀ ਔਰ ਮੈਂ ਅੱਜ ਦੀ ਛੁੱਟੀ ਲਈ ਸੀ, ਜਿਹਦੇ ਉੱਪਰ ਉਹਦੀ ਕਦੋਂ ਛੁੱਟੀਆਂ ਲਈਆਂ ਨੇ, ਕਦੋਂ ਆਇਆ, ਕਿੰਨੇ ਵਜੇ ਆਇਆ, ਕਿੰਨੇ ਵਜੇ ਗਿਆ, ਸਾਰਾ ਰਿਕਾਰਡ ਦਰਜ ਹੁੰਦਾ। ਠੀਕ ਹੈ, ਜਿਹਨੂੰ ਜਦੋਂ ਵੀ ਮਰਜ਼ੀ ਦੇਖਿਆ ਜਾ ਸਕਦਾ। ਔਰ ਇਹ ਇਸ ਨੂੰ ਕੀ ਬੋਲਦੇ ਆ? ਸਟਾਫ ਹਾਜ਼ਰੀ ਰਜਿਸਟਰ, ਜਿਹਦੇ ਉੱਪਰ ਸਟਾਫ ਦੀ ਹਾਜ਼ਰੀ ਲੱਗਦੀ ਹੈ। ਸਟਾਕ ਰਜਿਸਟਰ। ਹੁਣ ਸਟਾਕ ਰਜਿਸਟਰ ਤੇ ਕੀ ਚੜਦਾ? ਸਟਾਕ ਰਜਿਸਟਰ ਤੇ ਚੜਦਾ ਸਾਰਾ ਸਟਾਕ ਦਾ ਸਮਾਨ।
ठीक है। दो तरह का हुंदा है, पक्का स्टॉक रजिस्टर जिहदे ते पक्का माल चढ़दा, जिद्दां पक्का माल हो गया मशीनां कंप्यूटर्स है ना, अपने जो मशीनरी हो जाती है या कोई समान ऐसा जो जल्दी खत्म नहीं हो रहा, वो कित्थे चढ़ेगा, पक्के स्टॉक रजिस्टर ते। और कच्चा जेड़ा कि खत्म हो जाता थोड़े टाइम बाद है ना, जेड़ा ज्यादा लंबे समय तक नहीं चलता, जिवें तुहाडा कपड़ा हो जाता है, सुइयां हो जांदियां, ये कित्थे चढ़दा, ये चढ़दा कच्चे रजिस्टर ते, ठीक है। और ये रजिस्टर किदे कोल हुंदे आ, अध्यापक दे कोल, यानी कि टीचर दे कोल हुंदे आ, जिहदे विच पूरा रिकॉर्ड दर्ज हुंदा है कि केड़ा पक्का समान आया, किस डेट नूं आया, डेट लिखी हुंदी है ओहदे उपर, किन्नी रेट दा आया, किन्नी ओहदी रेट सीगी, और कदों ओनू इस्तेमाल किया, ठीक है। वो सारा की है स्टॉक रजिस्टर ते चढ़ जाता है। उस तो बाद नैक्सट आंदा विद्यार्थी दा हाजिरी रजिस्टर। हुण टीचर जदों भी क्लास विच आंदा है, पहले दिन तो तुहाडी अटेंडेंस लगनी शुरू हो जाती है ना। हुण अटेंडेंस विच की हुंदा, तुहाडा नाम लिखिया हुंदा, रोल नंबर लिखिया हुंदा, टीचर वारी वारी करके की है तुहाडा नाम बोलदा रहिंदा और रोज दी अटेंडेंस लगांदा, ठीक है। अगर तुसी हाजिर हुंदे हो तां ओह हा लगा दिंदा, ह मीन हाजिर। अगर तुसी गैर हाजिर हुंदे हो तां ग लगा दिंदा, यानी कि तुसी गैर हाजिर हो। तो अगर तुसी छुट्टी ते हुंदे हो, एप्लीकेशन दिंदे हो, तां की लगा दिंदा, छुट्टी, कि तुहाडी एप्लीकेशन ओनू मिल गई है। और ये की है, रिकॉर्ड ना छेड़छाड़ नहीं हो सकती, और ये की है, एक ऐसा रिकॉर्ड हुंदा है जिस तो बच्चे दे क्लास विच आउण दा सारा पता लगदा है, ठीक है, कि वो क्लास विच किस दिन आया, किस दिन छुट्टी की, किस दिन हाफ डे लै गया, किस दिन ओहदी एप्लीकेशन आई, ये सारा रिकॉर्ड विद्यार्थी दे हाजिरी रजिस्टर ते चढ़दा है। उस तो बाद है लॉग बुक। हुण लॉग बुक की हुंदी है, लॉग बुक हुंदी है जिस दे विच कोई भी चीज चल रही है और खपत हो रही है, ओनू किहदे विच दर्ज करदे आ, लॉग बुक दे विच, ठीक है। हुण लॉग बुक जिवें हुण एक सपोज करो एक ITI दे विच जनरेटर पिया है, मशीनरी पई है, चल रही है, वो है ना, जनरेटर चल रहा है, ਉਹਦੇ ਚ ਤੇਲ ਪੈ ਰਿਹਾ ਹੈ, ਕਿੰਨੀ ਦੇਰ ਚੱਲ ਰਿਹਾ ਹੈ, ਕਿੰਨਾ ਉਹਦਾ ਤੇਲ ਖਪਤ ਹੋ ਗਿਆ, ਇਹ ਸਾਰਾ ਰਿਕਾਰਡ ਕਿੱਥੇ ਹੋਊਗਾ, ਕਿਉਂਕਿ ਤੇਲ ਆ ਰਿਹਾ ਹੈ, ਜਨਰੇਟਰ ਚ ਪਾਉਣ ਵਾਸਤੇ ਤੇਲ ਅਸੀਂ ਲੈ ਕੇ ਆ ਰਹੇ ਆ ਔਰ ਫੰਡ ਖਰਚ ਰਹੇ ਆ। ਜੇ ਅਸੀਂ ਫੰਡ ਖਰਚਿਆ ਹੋਇਆ ਦਿਖਾ ਰਹੇ ਆ ਤਾਂ ਉਹ ਕਿੱਥੇ ਖਤਮ ਕੀਤਾ ਸਾਨੂੰ ਇਹ ਵੀ ਦਿਖਾਣਾ ਪਏਗਾ, ਔਰ ਉਹ ਅਸੀਂ ਕਿਸ ਤੇ ਚੜਾਵਾਂਗੇ, ਉਹ ਅਸੀਂ ਚੜਾਵਾਂਗੇ ਲੌਗ ਬੁੱਕ ਤੇ। ਇੱਕ ਲੌਗ ਬੁੱਕ ਲੱਗਦੀ ਹੈ ਜਿਹਦੇ ਵਿੱਚ ਕਿੰਨੇ ਟਾਈਮ ਤੋਂ ਕਿੰਨੇ ਟਾਈਮ ਤੱਕ ਜਨਰੇਟਰ ਚੱਲਿਆ, ਕਿੰਨੇ ਘੰਟੇ ਚੱਲਿਆ, ਔਰ ਕਿੰਨੇ ਲੀਟਰ ਦੀ ਤੇਲ ਦੀ ਖਪਤ ਹੋਈ ਹੈ, ਜਾਂ ਮਸ਼ੀਨ ਚੱਲੀ ਹੈ ਇੰਨੇ ਤੋਂ ਇੰਨੇ ਟਾਈਮ ਤੱਕ ਚੱਲੀ ਆ ਔਰ ਇੰਨੀ ਉਹਨੇ ਬਿਜਲੀ ਖਪਤ ਕੀਤੀ ਹੈ, ਇਹ ਕਿੱਥੋਂ ਪਤਾ ਲੱਗਣਾ ਸਾਨੂੰ, ਲੌਗ ਬੁੱਕ, ठीक है। और ये रिकॉर्ड कितने चढ़दा, ये रिकॉर्ड चढ़दा लॉग बुक। हुण उस तो बाद नेक्स्ट आंदी है सर्विस बुक। हुण जदों भी कोई भी भर्ती होके आंदा है, ठीक है, ओहदी एक सर्विस बुक लग जाती है। गवर्नमेंट भर्ती जदों हुंदी है, एक अध्यापक दी भर्ती हुंदी है तां उसदी एक सर्विस बुक लग जाती है जिहदे उपर ओहदी सारी इन्फॉर्मेशन लिखी रखी जाती है, जिहनूं ओहदी पर्सनल फाइल बोलदे है। की बोलदे है, पर्सनल फाइल, क्योंकि ओहदी सारा कुछ सारी बायोडाटा हर एक चीज ओहदे उपर चढ़िया हुंदा सर्विस बुक उपर। कदों ओहने ज्वाइन कीता, कदों ओहदी बदली होई, कदों ओहने की कीता है ना, कदों ओहनूं इंक्रीमेंट लगी, ठीक है, कदों ओहनूं किहड़ा बेनिफिट मिलिया, ਉਹ ਸਾਰਾ ਕਿਦੇ ਤੇ ਚੜਦਾ ਹੈ, ਸਰਵਿਸ ਬੁੱਕ ਤੇ। ਜੋ ਉਹਦੀ ਪਰਸਨਲ ਫਾਈਲ ਹੁੰਦੀ ਆ, ਉਹ ਜਦੋਂ ਚਾਹੇ ਆਪਣੀ ਪਰਸਨਲ ਫਾਈਲ ਤੋਂ ਆਪਣਾ ਰਿਕਾਰਡ ਚੈੱਕ ਕਰ ਸਕਦਾ ਹੈ ਕਿ ਮੈਂ ਕਦੋਂ ਕਿਸ ਟਾਈਮ ਤੇ ਕਿੱਥੇ ਬਦਲੀ ਹੋਈ ਸੀ, ਕਿੱਥੇ ਜੁਆਇਨ ਕੀਤਾ ਸੀ, ਕਿਸ ਡੇਟ ਨੂੰ ਕੀਤਾ ਸੀ, ਹੈ ਨਾ, ਕਿੰਨੇ ਵਜੇ ਕੀਤਾ ਸੀ, ਉਹ ਸਾਰਾ ਕੀ ਹੈ ਉਹਨੂੰ ਉਹਦੀ ਸਰਵਿਸ ਬੁੱਕ ਤੋਂ ਰਿਕਾਰਡ ਤੋਂ ਪਤਾ ਲੱਗ ਜਾਂਦਾ ਹੈ। ਉਸ ਤੋਂ ਬਾਅਦ ਨੈਕਸਟ ਹੈਗਾ ਕੈਸ਼ ਬੁੱਕ। ਹੁਣ ਕੈਸ਼ ਬੁੱਕ ਕੀ ਹੈ, ਜਿਹਦੇ ਵਿੱਚ ਅਸੀਂ ਰਕਮ ਦਾ ਆਦਾਨ ਪ੍ਰਦਾਨ ਲਿਖਦੇ ਹਾਂ, ਠੀਕ ਹੈ, ਰਕਮ ਦੇ ਰਹੇ ਹਾਂ, ਰਕਮ ਖਰਚ ਲੈ ਰਹੇ ਹਾਂ, ਉਹ ਅਸੀਂ ਕਿਹਦੇ ਤੇ ਲਿਖਦੇ ਹਾਂ, ਕੈਸ਼ ਬੁੱਕ। ਕੈਸ਼ ਬੁੱਕ ਵੀ ਦੋ ਤਰ੍ਹਾਂ ਨਾਲ ਲਿਖਦੇ ਹਾਂ, ਇੱਕ ਵਸੂਲੀ ਖਾਤਾ, ਇੱਕ ਉਧਾਰ ਖਾਤਾ। ਵਸੂਲੀ ਖਾਤਾ ਕਿਹੜਾ ਹੁੰਦਾ ਹੈ, ਵਸੂਲੀ ਖਾਤਾ ਹੁੰਦਾ ਹੈ ਜਿਸ ਵਿੱਚ ਕਿਸੇ ਪਾਸਿਓਂ ਆਪਾਂ ਰਕਮ ਲੈ ਕੇ ਖਰਚਦੇ ਹਾਂ, ਵਸੂਲ, ਹੈ ਨਾ, ਉਹ ਅਸੀਂ ਵਸੂਲੀ ਖਾਤੇ ਵਿੱਚ। ਹੁਣ ਜਦੋਂ ਕਿਸੇ ਨੂੰ ਅਸੀਂ ਦੇ ਰਹੇ ਹਾਂ, ਕਿਸੇ ਨੂੰ ਰਕਮ ਦੇ ਰਹੇ ਹਾਂ, ਤਾਂ ਉਹ ਕਿੱਥੇ ਲਿਖਦੇ ਆ, ਉਹ ਅਸੀਂ ਲਿਖਦੇ ਆ ਉਧਾਰ ਖਾਤੇ ਵਿੱਚ, ਹੈ ਨਾ। ਕੈਸ਼ ਬੁੱਕ ਵਿੱਚ ਹਮੇਸ਼ਾ ਜੋ ਫੰਡਸ ਆਂਦੇ ਨੇ ਗਵਰਨਮੈਂਟ ਕਿੱਥੇ ਖਰਚੇ ਜਾਂਦੇ ਨੇ, ਇਹ ਹਮੇਸ਼ਾ ਕੈਸ਼ ਬੁੱਕ ਦੇ ਵਿੱਚ ਦਰਜ ਕੀਤਾ ਜਾਂਦਾ ਹੈ।
ਉਸ ਤੋਂ ਬਾਅਦ ਨੈਕਸਟ ਆਂਦਾ ਹੈ ਫੀਸਾਂ ਦਾ ਵਸੂਲੀ ਦਾ ਰਜਿਸਟਰ। ਹੁਣ ਤੁਹਾਡੇ ਕੋਲੋਂ ਫੀਸਾਂ ਲਈ ਜਾਂਦੀਆਂ ਨੇ, ਉਹ ਕੋਈ ਮੂੰਹ ਜ਼ਬਾਨੀ ਜਾਂ ਗੱਲੋ ਗੱਲੀ ਨਹੀਂ ਲਈ ਜਾਂਦੀਆਂ, ਹੈ ਨਾ, ਉਹਨੂੰ ਕਿਤੇ ਨਾ ਕਿਤੇ ਤਾਂ ਦਰਜ ਸਾਨੂੰ ਕਰਨ ਦੀ ਲੋੜ ਪੈਂਦੀ ਹੈ। ਤਾਂ ਅਸੀਂ ਉਹਨੂੰ ਕਿੱਥੇ ਲਿਖਦੇ ਹਾਂ, ਫੀਸਾਂ ਦਾ ਰਜਿਸਟਰ, ਜਿਹਦੇ ਉੱਪਰ ਅਸੀਂ ਫੀਸਾਂ ਕਦੋਂ ਲਈਆਂ ਬੱਚੇ ਤੋਂ, ਕਿਸ ਤਰੀਕ ਨੂੰ ਲਈਆਂ, ਹੈ ਨਾ, ਔਰ ਕਿੰਨੀ ਫੀਸ ਲਈ, ਉਹਦੇ ਉੱਪਰ ਦਰਜ ਹੁੰਦੀ ਆ, ਉਹਦੇ ਉੱਪਰ ਨੋਟ ਕੀਤੀ ਜਾਂਦੀ ਹੈ। ਔਰ ਉਹਦੀ ਜੋ ਰਸੀਦ ਹੈ ਜਿਹੜੀ ਬੱਚੇ ਨੇ ਦਿੱਤੀ ਹੈ, ਹੁਣ ਸਕੂਲ ਦੇ ਵਿੱਚ ਜਦੋਂ ਅਸੀਂ ਫੀਸ ਜਮਾ ਕਰਾਉਂਦੇ ਆ ਤਾਂ ਕਲਰਕ ਕੀ ਹੈ, ਇੱਕ ਰਸੀਦ ਦਿੰਦਾ ਜਿਹਦੇ ਵਿੱਚ ਲਿਖਿਆ ਹੁੰਦਾ ਕਿ ਇਸ ਬੰਦੇ ਨੇ ਇਸ ਡੇਟ ਨੂੰ ਇੰਨੀ ਫੀਸ ਜਿਹੜੀ ਹੈ ਉਹ ਜਮਾ ਕਰਾ ਦਿੱਤੀ, ਯਾਨੀ ਕਿ ਇੱਕ ਰਿਕਾਰਡ ਹੋ ਜਾਂਦਾ ਹੈ। ਕੋਈ ਇਹ ਨਹੀਂ ਕਹਿ ਸਕਦਾ ਕਿ ਤੁਸੀਂ ਫੀਸ ਜਮਾ ਨਹੀਂ ਕਰਾਈ, ਉਹ ਰਿਕਾਰਡ ਤੋਂ ਪਤਾ ਲੱਗ ਜਾਂਦਾ ਕਿ ਇਸ ਬੱਚੇ ਦੀ ਫੀਸ ਜਮਾ ਹੋ ਗਈ। ਉਸ ਤੋਂ ਬਾਅਦ ਨੈਕਸਟ ਆਂਦਾ ਵਿਦਿਆਰਥੀਆਂ ਦਾ ਫੰਡ ਰਜਿਸਟਰ। ਹੁਣ ਫੰਡ ਰਜਿਸਟਰ ਕਿਆ ਹੁੰਦਾ, ਫੰਡ ਹੁੰਦਾ ਜਿਹਦੇ ਵਿੱਚ ਅਸੀਂ ਸਾਰੇ ਫੰਡਸ ਲਿਖਦੇ ਆ, ਠੀਕ ਹੈ, ਔਰ ਕਿਹੜਾ ਫੰਡ ਕਿਹੜੇ ਅਕਾਊਂਟ ਵਿੱਚ ਹੈ, ਉਹ ਅਕਾਊਂਟ ਕਿਹਦੇ ਕੋਲ ਹੁੰਦਾ, ਪ੍ਰਿੰਸੀਪਲ ਕੋਲ, ਠੀਕ ਹੈ। ਫੰਡਸ ਹੁੰਦੇ ਆ ਹਰ ਇੱਕ ਦਾ ਅਲੱਗ ਅਲੱਗ ਫੰਡ ਆਂਦਾ, ਜਿਵੇਂ ਰॉ ਮਟੀਰੀਅਲ ਦਾ ਅਲੱਗ ਫੰਡ ਹੋ ਗਿਆ, ਹੈ ਨਾ, ਦੂਸਰਾ ਅਲੱਗ ਫੰਡ ਆਂਦੇ ਆ ਅਲੱਗ ਅਲੱਗ ਚੀਜ਼ਾਂ ਦੇ, ਔਰ ਅਲੱਗ ਅਲੱਗ ਜੋ ਅਕਾਊਂਟ ਹੁੰਦੇ ਆ ਉਹਦਾ ਸਾਰਾ ਲੇਖਾ ਜੋਖਾ ਕਿਹਦੇ ਕੋਲ ਹੁੰਦਾ, ਪ੍ਰਿੰਸੀਪਲ ਕੋਲ, ਕਿਉਂਕਿ ਪ੍ਰਿੰਸੀਪਲ ਦੇ ਹੱਥ ਵਿੱਚ ਉਹ ਪ੍ਰਿੰਸੀਪਲ ਦੇ ਕੋਲ ਜ਼ਰੀਆ ਹੁੰਦਾ ਕਿ ਉਸ ਫੰਡ ਨੂੰ ਕਿਵੇਂ ਉਹਨੇ ਖਰਚਣਾ, ਠੀਕ ਹੈ, ਮਤਲਬ ਕਿ ਉਹਦੇ ਹੱਥ ਵਿੱਚ ਅਕਾਊਂਟ ਹੁੰਦੇ ਆ, ਉਹਦੇ ਸਾਈਨ ਦੇ ਨਾਲ ਫੰਡਸ ਨੂੰ ਖਰਚਿਆ ਜਾਂਦਾ। ਉਸ ਤੋਂ ਬਾਅਦ ਨੈਕਸਟ ਆਂਦਾ ਸ਼ਿਲਪ ਕਲਾ ਦੇ ਲਈ ਰਿਕਾਰਡ। ਹੁਣ ਸ਼ਿਲਪ ਕਲਾ ਦੇ ਲਈ ਕੀ ਰਿਕਾਰਡ ਹੈ, ਹੁਣ ਜਿਹਦੇ ਵਿੱਚ ਸਾਰਾ ਸਾਜੋ ਸਮਾਨ, ਸ਼ਿਲਪ ਕਲਾ ਕੀ ਹੈ, ਜੋ ਵੀ ਅਸੀਂ ਕਲਚਰ ਐਕਟੀਵਿਟੀਜ਼ ਕਰਦੇ ਆ, ਗੇਮਸ ਦੀ ਐਕਟੀਵਿਟੀ ਕਰਦੇ ਆ, ਜਾਂ ਕੋਈ ਹੋਰ ਸਾਡੇ ਕੋਲ ਡਰਾਇੰਗ, ਪੇਂਟਿੰਗ, ਹੈ ਨਾ, ਕੋਈ ਵੀ ਇਸ ਤਰ੍ਹਾਂ ਦਾ ਕੰਮ ਕਰ ਰਹੇ ਆ ਸ਼ਿਲਪ ਕਲਾ ਦੇ ਨਾਲ ਰਿਲੇਟਿਡ, ਤਾਂ ਉਹ ਜੋ ਮਟੀਰੀਅਲ ਆ ਰਿਹਾ ਹੈ, ਉਹ ਜੋ ਮਟੀਰੀਅਲ ਲੱਗ ਰਿਹਾ ਹੈ, ਉਹ ਕਿੱਥੇ ਚੜੇਗਾ, ਉਹ ਸ਼ਿਲਪ ਕਲਾ ਦੇ ਰਜਿਸਟਰ ਦੇ ਉੱਪਰ ਚੜਾਇਆ ਜਾਊਗਾ, ਜਿਹਨੂੰ ਜਦੋਂ ਮਰਜ਼ੀ ਦੇਖ ਸਕਦੇ ਆ। ਫਿਰ ਉਸ ਤੋਂ ਬਾਅਦ ਆਂਦਾ ਡਾਇਰੀ ਰਜਿਸਟਰ। ਹੁਣ ਡਾਇਰੀ ਰਜਿਸਟਰ ਕੀ ਹੁੰਦਾ, ਡਾਇਰੀ ਰਜਿਸਟਰ ਹੁੰਦਾ ਜਿਹਦੇ ਵਿੱਚ ਜਦੋਂ ਕੋਈ ਬਾਹਰੋਂ ਡਾਕ ਆਂਦੀ ਹੈ, ਦਫ਼ਤਰੀ ਕੋਈ ਵੀ ਡਾਕ ਆਂਦੀ ਹੈ, ਤਾਂ ਉਹ ਕਿੱਥੇ ਦਰਜ ਹੁੰਦੀ ਹੈ, ਡਾਇਰੀ ਰਜਿਸਟਰ ਦੇ ਵਿੱਚ, ਠੀਕ ਹੈ। ਡਾਇਰੀ ਜਦੋਂ ਵੀ ਬਾਹਰੋਂ ਕੋਈ ਵੀ ਸਾਨੂੰ ਡਾਕ ਆਂਦੀ ਹੈ, ਪਰਸਨਲ, ਜ਼ਰੂਰੀ, ਕਿਸੇ ਲਈ ਵੀ ਰਿਕਾਰਡਿੰਗ ਹੋਵੇ, ਤਾਂ ਉਹਨੂੰ ਕਿਹਦੇ ਤੇ ਦਰਜ ਕੀਤਾ ਜਾਂਦਾ, ਡਾਇਰੀ ਰਜਿਸਟਰ ਦੇ ਵਿੱਚ। ਉਸ ਤੋਂ ਬਾਅਦ ਆਂਦਾ ਡਿਸਪੈਚ ਰਜਿਸਟਰ। ਹੁਣ ਡਿਸਪੈਚ ਰਜਿਸਟਰ ਕੀ ਹੈ, ਡਿਸਪੈਚ ਰਜਿਸਟਰ ਹੈ ਜਦੋਂ ਅਸੀਂ ਕਿਸੇ ਨੂੰ ਕੋਈ ਚਿੱਠੀ ਪਾ ਰਹੇ ਹਾਂ, ਠੀਕ ਹੈ, ਸਾਡੇ ਵੱਲੋਂ ਕੋਈ ਚਿੱਠੀ ਕਿਸੇ ਨੂੰ ਜਾ ਰਹੀ ਹੈ, ਚਾਹੇ ਉਹ ਸਟੂਡੈਂਟ ਦੇ ਘਰ ਜਾ ਰਹੀ ਹੈ, ਚਾਹੇ ਉਹ ਸਟੂਡੈਂਟ ਨੂੰ ਸਰਟੀਫਿਕੇਟ ਜਾ ਰਿਹਾ ਹੈ, ਚਾਹੇ ਉਹ ਸਟੂਡੈਂਟਸ ਨੂੰ ਅਸੀਂ ਕੋਈ ਚਿੱਠੀ ਇਸ਼ੂ ਕਰ ਰਹੇ ਆ, ਤਾਂ ਕੀ ਹੈ, ਉਹ ਕਿਹਦੇ ਤੇ ਚੱਲਦੀ ਹੈ, ਡਿਸਪੈਚ ਰਜਿਸਟਰ ਤੇ। ਮਤਲਬ ਕਿ ਕੋਈ ਵੀ ਰਿਕਾਰਡ ਜੋ ਦਫ਼ਤਰ ਤੋਂ ਹੋ ਕੇ ਜਾ ਰਿਹਾ, ਜੋ ਪੂਰੀ ਪ੍ਰੋਸੈਸਿੰਗ ਨਾਲ ਜਾ ਰਿਹਾ, ਉਹ ਕਿਹਦੇ ਤੇ ਚੜਦਾ, ਡਿਸਪੈਚ ਰਜਿਸਟਰ ਤੇ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਆਂਦਾ ਸੰਚਿਤ ਰਿਕਾਰਡ। ਸੰਚਿਤ ਰਿਕਾਰਡ ਹੈ ਨਾ, ਕਿਊਮੂਲੇਟਿਵ ਰਿਕਾਰਡ ਕੀ ਹੁੰਦਾ, ਕਿਊਮੂਲੇਟਿਵ ਰਿਕਾਰਡ ਹੁੰਦਾ ਜਿਹਦੇ ਵਿੱਚ ਵਿਦਿਆਰਥੀਆਂ ਦਾ ਸਾਰਾ ਰਿਕਾਰਡ ਹੁੰਦਾ, ਸਾਰਾ ਹੀ ਰਿਕਾਰਡ, ਕਿਊਮੂਲੇਟਿਵ ਰਿਕਾਰਡ। ਇਹ ਵਿਦਿਆਰਥੀਆਂ ਬਾਰੇ ਸਥਾਈ ਰਿਕਾਰਡ ਹੈ, ਮਤਲਬ ਕਿ ਪਰਮਾਨੈਂਟ ਰਿਕਾਰਡ ਹੈ ਇਹ, ਜਿਹਨੂੰ ਕਿ ਨਾ ਚੇਂਜ ਕੀਤਾ ਜਾ ਸਕਦਾ, ਨਾ ਬਦਲਿਆ ਜਾ ਸਕਦਾ, ਇਹ ਅਪ ਟੂ ਡੇਟ ਰੱਖੀ ਜਾਂਦੀ ਹੈ। ਵਿਦਿਆਰਥੀਆਂ ਬਾਰੇ ਕੋਈ ਵੀ ਨਵੀਂ ਜਾਣਕਾਰੀ ਮਿਲੇ, ਇਹਦੇ ਤੇ ਫਟਾਫਟ ਚੜਾਈ ਜਾਂਦੀ ਹੈ, ਮਤਲਬ ਕਿ ਕੋਈ ਵੀ ਨਿਊ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ, ਅਸੀਂ ਫਟਾਫਟ ਇਸ ਤੇ ਚੜਾਉਂਦੇ ਆ। ਉਸਦੀ ਪਿਛਲੀ ਵਿਦਿਅਕ ਤਰੱਕੀ ਬਾਰੇ, ਉਸਦੀ ਪਿਛਲੀ ਪ੍ਰਾਪਤੀ ਬਾਰੇ ਪੂਰੀ ਤਸਵੀਰ ਪੇਸ਼ ਕਰਦਾ ਹੈ। ਕੀ ਹੈ, ਕਿਊਮੂਲੇਟਿਵ ਰਿਕਾਰਡ ਦੇ ਵਿੱਚ ਉਹਦੀ ਸਾਰੇ ਅਚੀਵਮੈਂਟਸ, ਉਹਦੇ ਸਾਰੇ ਜੋ ਉਹਨੇ ਇਨਾਮ ਲਏ, ਜੋ ਵੀ ਹਾਸਿਲ ਕੀਤਾ, ਉਹ ਸਾਰਾ ਕਿਊਮੂਲੇਟਿਵ ਰਿਕਾਰਡ ਤੇ ਚੜਾਇਆ ਜਾਂਦਾ ਹੈ। ਵਿਦਿਆਰਥੀਆਂ ਬਾਰੇ ਗੁਪਤ ਜਾਣਕਾਰੀ ਰਿਕਾਰਡ ਵਿੱਚ ਦਾਖਲ ਨਹੀਂ ਕੀਤੀ ਜਾਂਦੀ, ਬਲਕਿ ਇੱਕ ਵੱਖਰੀ ਫਾਈਲ ਰੱਖੀ ਜਾਂਦੀ ਹੈ। ਜੋ ਉਹਦੀ ਗੁਪਤ ਯਾਨੀ ਕਿ ਪਰਸਨਲ ਉਹਦੀ ਕੋਈ ਇਨਫੋਰਮੇਸ਼ਨ ਹੁੰਦੀ ਹੈ, ਉਹ ਕਦੇ ਕਿਊਮੂਲੇਟਿਵ ਰਿਕਾਰਡ ਦੇ ਉੱਪਰ ਨਹੀਂ ਚਲਦੀ, ਉਹਨੂੰ ਕੀ ਹੈ, ਇੱਕ ਅਲੱਗ ਤੋਂ ਪਰਸਨਲ ਫਾਈਲ ਬਣਾ ਕੇ ਉਹਦੇ ਵਿੱਚ ਰੱਖਿਆ ਜਾਂਦਾ ਹੈ। ਉਸ ਤੋਂ ਬਾਅਦ ਹੈਗਾ, ਇਸ ਵਿੱਚ ਵਿਦਿਆਰਥੀ ਦੀ ਹਾਜ਼ਰੀ, ਟੈਸਟ ਸਕੋਰ ਸਹਿਤ ਆਦਿ ਸਾਰੀ ਜਾਣਕਾਰੀ ਹੁੰਦੀ ਹੈ। ਮਤਲਬ ਕਿ ਉਹਦੀ ਸਾਰੀ ਹਾਜ਼ਰੀ, ਉਹਦੇ ਟੈਸਟ, ਉਹਦੇ ਜੋ ਵੀ ਪ੍ਰੋਗਰੈਸ ਹੈ, ਉਹਦੀ ਖੇਡਾਂ ਦੀ ਅਚੀਵਮੈਂਟ, ਉਹਦੀ ਕਲਚਰ ਦੀ ਸਾਰੀ ਜਿਹੜੀ ਹੈ ਉਹ ਕਿਊਮੂਲੇਟਿਵ ਰਿਕਾਰਡ ਦੇ ਉੱਪਰ ਦਰਜ ਹੁੰਦੀ ਹੈ। ਇਹ ਇਸ ਅਰਥ ਵਿੱਚ ਨਿਰੰਤਰ ਹੈ ਕਿ ਇਸ ਵਿੱਚ ਸਿੱਖਿਆਰਥੀ ਦੇ ਬਾਰੇ ਵਿੱਚ ਜਾਣਕਾਰੀ ਉਦੋਂ ਤੱਕ ਹੈ ਜਦੋਂ ਤੱਕ ਉਹ ਪ੍ਰੀ ਸਕੂਲ ਐਜੂਕੇਸ਼ਨ ਜਾਂ ਕਿੰਡਰਗਾਰਟਨ ਸਿਸਟਮ ਵਿੱਚ ਦਾਖਲ ਹੁੰਦਾ ਹੈ, ਜਦੋਂ ਉਹ ਸਕੂਲ ਤੋਂ ਨਹੀਂ ਜਾਂਦਾ। ਮਤਲਬ ਕਿ ਕਦੋਂ ਤੱਕ ਦਾ ਰਿਕਾਰਡ ਹੁੰਦਾ, ਜਦੋਂ ਤੱਕ ਉਹ
ਸਕੂਲ ਨੂੰ ਛੱਡਦਾ ਨਹੀਂ। ਜਦੋਂ ਆ ਗਿਆ ਸਕੂਲ ਦੇ ਵਿੱਚ ਔਰ ਜਦੋਂ ਤੱਕ ਉਹ ਨਹੀਂ ਛੱਡ ਰਿਹਾ, ਸਾਰਾ ਜੋ ਰਿਕਾਰਡ ਆ ਕਿਊਮੂਲੇਟਿਵ ਰਿਕਾਰਡ ਦੇ ਵਿੱਚ ਦਰਜ ਹੁੰਦਾ ਰਹੇਗਾ। ਇਸ ਵਿੱਚ ਭਰੋਸੇਯੋਗ, ਸਹੀ ਅਤੇ ਉਦੇਸ਼ ਜਾਣਕਾਰੀ ਹੋਣੀ ਚਾਹੀਦੀ ਹੈ। ਮਤਲਬ ਕਿ ਭਰੋਸੇਯੋਗ ਜਾਣਕਾਰੀ ਹੋਣੀ ਚਾਹੀਦੀ ਹੈ। ਇਹ ਨਾ ਹੋਵੇ ਕਿ ਜਾਣਕਾਰੀ ਅਧੂਰੀ ਰਹਿ ਜਾਏ। ਠੀਕ ਹੈ, ਜਾਣਕਾਰੀ ਅਧੂਰੀ ਨਹੀਂ ਰਹਿਣੀ ਚਾਹੀਦੀ, ਭਰੋਸੇਯੋਗ ਹੋਣੀ ਚਾਹੀਦੀ ਹੈ, ਉਦੇਸ਼ਾਂ ਦੀ ਪੂਰਤੀ ਹੋਣੀ ਚਾਹੀਦੀ ਹੈ। ਜੋ ਸਾਨੂੰ ਕਿਊਮੂਲੇਟਿਵ ਰਿਕਾਰਡ ਦੇ ਜਰੀਏ ਜੋ ਇਨਫੋਰਮੇਸ਼ਨ ਸਾਨੂੰ ਚਾਹੀਦੀ ਹੈ ਨਾ, ਉਹ ਇੱਕਦਮ ਅਪ ਟੂ ਡੇਟ ਔਰ ਫਾਈਨਲੀ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਹੈਗੇ ਆ ਜਨਰਲ ਕਾਰਡ ਵਿੱਚ ਕਿਸ ਤਰ੍ਹਾਂ ਜਿਹੜਾ ਰਿਕਾਰਡ ਚੜਦਾ ਹੈ, ਕਿਊਮੂਲੇਟਿਵ ਰਿਕਾਰਡ ਦੇ ਵਿੱਚ ਕਿਸ ਤਰ੍ਹਾਂ ਰਿਕਾਰਡ ਚੜਦਾ ਹੈ। ਸਭ ਤੋਂ ਪਹਿਲਾਂ ਆ ਜਾਂਦਾ ਜਨਰਲ ਡਾਟਾ। ਜਨਰਲ ਡਾਟਾ ਵਿੱਚ ਕੀ ਲਿਖਿਆ ਜਾਂਦਾ ਹੈ? ਸਕੂਲ ਦਾ ਨਾਮ, ਪ੍ਰਵੇਸ਼ ਦਾ ਸਾਲ, ਵੀ ਕਿਹੜੇ ਸਾਲ ਵਿੱਚ ਉਹਨੇ ਪ੍ਰਵੇਸ਼ ਕੀਤਾ, ਕਿਹੜੀ ਜਮਾਤ ਵਿੱਚ ਕੀਤਾ, ਕਦੋਂ ਉਹਨੇ ਛੱਡਿਆ, ਉਹਦੀ ਛੱਡਣ ਦੀ ਸ਼੍ਰੇਣੀ ਕਿਹੜੀ ਸੀ, ਮਤਲਬ ਕਿ ਕਿਹੜੀ ਸ਼੍ਰੇਣੀ ਵਿੱਚ ਉਹ ਆਇਆ ਸੀ ਔਰ ਕਿਹੜੀ ਸ਼੍ਰੇਣੀ ਦੇ ਵਿੱਚ ਉਹਨੇ ਛੱਡਿਆ ਔਰ ਉਹਦਾ ਕੀ ਰੀਜ਼ਨ ਸੀਗਾ। ਇਹ ਸਾਰਾ ਇੱਕ ਜਨਰਲ ਡਾਟਾ ਦੇ ਕਿਊਮੂਲੇਟਿਵ ਰਿਕਾਰਡ ਦੇ ਉੱਪਰ ਚੜਦਾ ਹੈ। ਉਸ ਤੋਂ ਬਾਅਦ ਹੈ ਹਾਜ਼ਰੀ, ਅਟੈਂਡੈਂਸ। ਮਤਲਬ ਕਿ ਅਟੈਂਡੈਂਸ ਦਾ ਇੱਕ ਰਿਕਾਰਡ ਹੁੰਦਾ ਹੈ ਜੋ ਕਿਊਮੂਲੇਟਿਵ ਰਿਕਾਰਡ ਦੇ ਅੰਦਰ ਆਂਦਾ। ਜਿਵੇਂ ਸਾਲ, ਕਿਹੜੇ ਸਾਲ ਦਾ ਅਟੈਂਡੈਂਸ ਹੈ ਬੱਚੇ ਦੀ, ਟੋਟਲ ਚਾਰਜ ਦਿਵਸ, ਅਸਲ ਹਾਜ਼ਰੀ ਦੇ ਦਿਵਸ ਕਿੰਨੇ ਟੋਟਲ ਦਿਨ ਸੀ ਔਰ ਉਹਨੇ ਵਿੱਚੋਂ ਕਿੰਨੇ ਹਾਜ਼ਰ ਹੋਏ। ਠੀਕ ਹੈ, ਕਿੰਨੇ ਟੋਟਲ ਦਿਨ, ਕਿੰਨੇ ਹਾਜ਼ਰ ਹੋਏ ਔਰ ਛੁੱਟੀਆਂ ਕਾਰਨਾਂ ਸਹਿਤ ਗੈਰ ਹਾਜ਼ਰ। ਅਗਰ ਉਹ ਗੈਰ ਹਾਜ਼ਰ ਹੋਇਆ ਤਾਂ ਉਹਦੇ ਕਾਰਨ ਸਭ ਕੁਝ ਕੀ ਹੈ, ਹਾਜ਼ਰੀ ਰਜਿਸਟਰ ਤੋਂ ਸਾਨੂੰ ਪਤਾ ਲੱਗ ਜਾਂਦਾ ਜੋ ਬੱਚੇ ਦਾ ਕਿਊਮੂਲੇਟਿਵ ਰਿਕਾਰਡ ਹੁੰਦਾ। ਉਸ ਤੋਂ ਬਾਅਦ ਹੈ ਪਰਿਵਾਰ ਦਾ ਪਿਛੋਕੜ। ਹੁਣ ਉਹਦਾ ਬੈਕਗ੍ਰਾਉਂਡ ਕੀ ਹੈ, ਪਿਤਾ ਦਾ ਕਿੱਤਾ, ਜਿਹਦੇ ਵਿੱਚ ਕੀ ਹੈ, ਪਿਤਾ ਦਾ ਕਿੱਤਾ ਦਰਜ ਹੁੰਦਾ। ਪਿਤਾ ਦਾ ਕਿੱਤਾ ਕੀ, ਉਹਦਾ ਪਿਤਾ ਕੰਮ ਕਰਦਾ ਹੈ, ਪਿਤਾ ਦੀਆਂ ਯੋਗਤਾਵਾਂ ਕੀ, ਉਹਦੀ ਯੋਗਤਾ ਹੈ, ਕਿੰਨਾ ਪੜਿਆ ਹੋਇਆ, ਮਾਤਾ ਦਾ ਕਿੱਤਾ ਕੀ ਆ, ਉਹਦੀ ਮਾਤਾ ਦੀਆਂ ਯੋਗਤਾਵਾਂ ਕੀ ਹੈ, ਇਹ ਸਾਰਾ ਕਿਊਮੂਲੇਟਿਵ ਰਿਕਾਰਡ ਦੇ ਵਿੱਚ ਦਰਜ ਹੁੰਦਾ ਹੈ। ਆਰਥਿਕ ਹਾਲਾਤ ਉਹਨਾਂ ਦੇ ਕਿੱਦਾਂ ਦੇ ਹੈ, ਕੀ ਕਰਦੇ ਹੈ, ਹੈਨਾ, ਔਰ ਘਰ ਦੀਆਂ ਵਿਸ਼ੇਸ਼ ਹਾਲਾਤਾਂ, ਉਹਨਾਂ ਦੇ ਘਰ ਦੇ ਹਾਲਾਤ ਵਿਸ਼ੇਸ਼ ਅਗਰ ਕੁਝ ਹੈਗੇ ਆ ਤਾਂ ਕੀ ਹੈ, ਪਰਿਵਾਰ ਦੀ ਸਥਿਤੀ, ਉਹਨਾਂ ਦੇ ਪਰਿਵਾਰ ਦੀ ਸਥਿਤੀ ਕੀ ਹੈ, ਇਹ ਸਾਰਾ ਕੀ ਹੈ ਕਿਊਮੂਲੇਟਿਵ ਰਿਕਾਰਡ ਦੇ ਵਿੱਚ ਬੱਚੇ ਦੀ ਜੋ ਇਨਫੋਰਮੇਸ਼ਨ ਹਰ ਟਾਈਮ ਸਕੂਲ ਦੇ ਵਿੱਚ ਰਿਕਾਰਡ ਦੇ ਰੂਪ ਵਿੱਚ ਰਹਿੰਦੀ ਹੈ, ਸਾਰਾ ਉਹਦੇ ਵਿੱਚ ਚੜ ਜਾਂਦਾ। ਉਸ ਤੋਂ ਬਾਅਦ ਹੈ ਸਰੀਰਕ ਮੈਡੀਕਲ ਰਿਪੋਰਟ। ਹੁਣ ਸਰੀਰਕ ਮੈਡੀਕਲ ਰਿਪੋਰਟ ਦੇ ਵਿੱਚ ਕੀ ਚੜਦਾ ਹੈ? ਕੱਦ, ਬੱਚੇ ਦਾ ਕੱਦ ਕਿੰਨਾ, ਵਜਨ, ਉਹਦਾ ਭਾਰ ਕਿੰਨਾ, ਛਾਤੀ ਦਾ ਨਾਪ, ਠੀਕ ਹੈ, ਉਹਦੀ ਛਾਤੀ ਦਾ ਕੀ ਨਾਪ ਹੈ, ਅੱਖਾਂ ਦੀ ਵੇਖਣ ਸ਼ਕਤੀ, ਉਹਦੀ ਅੱਖਾਂ ਦੀ ਵੇਖਣ ਸ਼ਕਤੀ, ਮਤਲਬ ਕਿ ਉਹਦੀ ਨਜ਼ਰ ਕਮਜ਼ੋਰ ਤਾਂ ਨਹੀਂ ਹੈ, ਕੋਈ ਹੋਰ ਵਿਸ਼ੇਸ਼ ਗੱਲ, ਜਾਂ ਉਸ ਤੋਂ ਇਲਾਵਾ ਕੁਝ ਉਹਦੇ ਸਰੀਰ ਦੇ ਵਿੱਚ ਅਗਰ ਕੁਝ ਜਿਵੇਂ ਕਈ ਹੁੰਦੇ ਆ ਵੀ ਉਹਨਾਂ ਦੀ ਆਈ ਦੇ ਵਿੱਚ ਡਿਫੈਕਟ ਹੁੰਦਾ, ਹੱਥ ਦੇ ਵਿੱਚ ਡਿਫੈਕਟ ਹੁੰਦਾ, ਪੈਰ ਦੇ ਵਿੱਚ ਹੁੰਦਾ ਹੈ ਨਾ, ਔਰ ਕੀ ਹੈ ਉਹਨਾਂ ਦਾ ਅਗਰ ਕੋਈ ਏਦਾਂ ਦੀ ਵਿਸ਼ੇਸ਼ ਬਾਡੀ ਦੇ ਵਿੱਚ ਕੁਝ ਹੁੰਦਾ ਹੈ ਤਾਂ ਉਹ ਵੀ ਕੀ ਹੈ ਉਹਦੇ ਤੇ ਚੜ ਜਾਂਦਾ ਹੈ। ਉਸ ਤੋਂ ਬਾਅਦ ਹੈ ਵਿਦਿਅਕ ਪ੍ਰਾਪਤੀ। ਹੁਣ ਸਕਾਲਰਸ਼ਿਪ ਅਚੀਵਮੈਂਟ ਕਿੱਦਾਂ ਚੜਾਈ ਜਾਂਦੀ ਹੈ ਕਿਊਮੂਲੇਟਿਵ ਰਿਕਾਰਡ ਤੇ? ਵਿਸ਼ੇ, ਸਭ ਤੋਂ ਪਹਿਲਾਂ ਕਿਹੜੇ ਵਿਸ਼ੇ ਦੇ ਵਿੱਚ ਬੱਚੇ ਨੇ ਕੀ ਹੈ ਸਕਾਲਰਸ਼ਿਪ ਅਚੀਵ ਕੀਤੀ ਹੈ, ਅੰਗਰੇਜ਼ੀ ਵਿੱਚ, ਗਣਿਤ ਵਿੱਚ, ਵਿਗਿਆਨ ਵਿੱਚ, ਹੈ ਨਾ, ਏਦਾਂ ਨੀਚੇ ਉਹਦੇ ਸਬਜੈਕਟਸ ਲਿਖੇ ਜਾਣਗੇ, ਫਿਰ ਉਹਦੇ ਕਿੰਨੇ ਅੰਕ ਪ੍ਰਾਪਤ ਕੀਤੇ ਉਸ ਦੇ ਵਿੱਚੋਂ, ਜੋ ਇਹਨੂੰ ਕੀ ਬੋਲਦੇ ਆ, ਰਿਪੋਰਟ ਕਾਰਡ ਤੁਹਾਡੀ, ਠੀਕ ਹੈ, ਜਿਹਨੂੰ ਬੋਲਦੇ ਆ ਰਿਪੋਰਟ ਕਾਰਡ। ਮਤਲਬ ਕਿ ਕੀ ਵਿਸ਼ੇ ਔਰ ਕਿੰਨੇ ਤੁਸੀਂ ਨੰਬਰ ਪ੍ਰਾਪਤ ਕੀਤੇ ਔਰ ਕਿੰਨਿਆਂ ਵਿੱਚੋਂ ਕੀਤੇ ਔਰ ਰੀਮਾਰਕਸ, ਇਹ ਕੀ ਹੈ ਤੁਹਾਡੀ ਰਿਪੋਰਟ ਕਾਰਡ ਉੱਪਰ ਚੜਿਆ ਹੁੰਦਾ, ਠੀਕ ਹੈ, ਔਰ ਇਹ ਕੀ ਹੈ ਸਕਾਲਰਸ਼ਿਪ ਅਚੀਵਮੈਂਟ ਯਾਨੀ ਕਿ ਤੁਹਾਡੀ ਰਿਪੋਰਟ ਕਾਰਡ। ਉਸ ਤੋਂ ਬਾਅਦ ਨੈਕਸਟ ਹੈ ਪਾਠ ਤੰਤਰ ਕਾਰਜਸ਼ੀਲਤਾਵਾਂ, ਕਰਿਕੂਲਮ ਐਕਟੀਵਿਟੀਜ਼, ਠੀਕ ਹੈ। ਕਾਰਜਸ਼ੀਲਤਾ ਦਾ ਨਾਮ, ਕਿਸ ਕਾਰਜਸ਼ੀਲਤਾ ਵਿੱਚ ਤੁਸੀਂ ਅਚੀਵਮੈਂਟ ਕੀਤੀ ਹੈ, ਸਥਿਤੀ ਔਰ ਦਰਜਾ, ਕਿਸ ਪੋਜੀਸ਼ਨ ਤੇ ਰਹੇ, ਕੀ ਦਰਜਾ ਪ੍ਰਾਪਤ ਕੀਤਾ ਹੈ, ਠੀਕ ਹੈ, ਔਰ ਉਸ ਤੋਂ ਬਾਅਦ ਰੀਮਾਰਕਸ, ਤੁਸੀਂ ਕੀ ਟਿੱਪਣੀ ਦਿੱਤੀ, ਉਹਦੇ ਤੇ ਕੀ ਟਿੱਪਣੀ ਹੋਈ ਹੈ, ਰੀਮਾਰਕਸ ਕੀ ਦਿੱਤੇ ਗਏ ਹੈ, ਗੁੱਡ, ਵੈਰੀ ਗੁੱਡ, ਐਕਸੀਲੈਂਟ, ਪਰਫੈਕਟ, ਹੈ ਨਾ, ਜਾਂ ਹਾਰਡ ਵਰਕਿੰਗ ਦਿੱਤੇ ਹੁੰਦੇ ਨਾ ਰੀਮਾਰਕਸ। ਇਹ ਜਿਹੜੇ ਹੈ ਪਾਠ ਤੰਤਰ ਕਾਰਜਸ਼ੀਲਤਾਵਾਂ ਦੇ ਕਰਿਕੂਲਮ ਐਕਟੀਵਿਟੀਜ਼ ਵਿੱਚ ਚੜ ਜਾਂਦੇ ਆ, ਠੀਕ ਹੈ, ਔਰ ਇਹ ਰਿਕਾਰਡ ਸਕੂਲ ਕੋਲ ਹਮੇਸ਼ਾ ਰਹਿੰਦਾ ਹੈ। ਸੰਚਿਤ ਰਿਕਾਰਡ। ਹੁਣ ਨੋਟੇਬਲ ਇੰਟਰਸਟ, ਹੁਣ ਬੱਚੇ ਦਾ ਇੰਟਰਸਟ ਕਿਹਦੇ ਵਿੱਚ ਹੈ, ਇਹਦਾ ਰਿਕਾਰਡ ਜਿਹੜਾ ਕਰਿਕੂਲਮ ਦੇ ਵਿੱਚ ਕਿਊਮੂਲੇਟਿਵ ਰਿਕਾਰਡ ਦੇ ਵਿੱਚ ਚੜਦਾ ਹੈ। ਸਭ ਤੋਂ ਪਹਿਲਾਂ ਸਰੀਰਕ, ਉਹਦੇ ਸਰੀਰਕ ਅਗਰ ਕੋਈ
ਇੰਟਰਸਟ ਹੈ ਉਹਦਾ ਕਿਸੇ ਫਿਜ਼ੀਕਲ ਐਕਟੀਵਿਟੀ ਦੇ ਵਿੱਚ, ਉਹ ਚੜਦਾ। ਕਮਰੇ ਦੇ ਅੰਦਰ ਵਾਲੀਆਂ ਖੇਡਾਂ, ਅਗਰ ਉਹ ਕਮਰੇ ਦੇ ਅੰਦਰ ਵਾਲੀਆਂ ਖੇਡਾਂ ਵਿੱਚ ਇੰਟਰਸਟ ਲੈਂਦਾ ਹੈ ਤਾਂ ਇਹਦੇ ਵਿੱਚ ਉਹ ਚੜਦੀਆਂ ਨੇ। ਫਿਰ ਉਸ ਤੋਂ ਬਾਅਦ ਕਮਰੇ ਦੇ ਬਾਹਰ ਵਾਲੀਆਂ ਖੇਡਾਂ, ਯਾਨੀ ਕਿ ਕਮਰੇ ਦੇ ਬਾਹਰ ਅਗਰ ਆਊਟਡੋਰ ਗੇਮਸ ਹੈਗੀਆਂ ਇਹਦੇ ਚ ਉਹ ਚੜ ਜਾਂਦੀਆਂ। ਸਮਾਜਿਕ ਸੋਸ਼ਲੀ ਉਹ ਕਿਸ ਤਰ੍ਹਾਂ ਦਾ ਹੈ, ਸਮਾਜਿਕ ਤੌਰ ਤੇ ਕਿਸ ਤਰ੍ਹਾਂ ਹੈ, ਬੌਧਿਕ ਇੰਟੈਲੈਕਚੁਅਲ, ਠੀਕ ਹੈ, ਬੌਧਿਕ ਤੌਰ ਤੇ ਉਹ ਕਿਵੇਂ ਦਾ ਹੈਗਾ, ਮਨੋਰੰਜਕ ਮਨੋਰੰਜਨ, ਜਿਵੇਂ ਅਗਰ ਉਹ ਡਾਂਸ ਵਗੈਰਾ ਦੇ ਵਿੱਚ ਜਾਂ ਕਲਚਰਲ ਐਕਟੀਵਿਟੀਜ਼ ਦੇ ਵਿੱਚ ਧਿਆਨ ਦਿੰਦਾ ਹੈ ਤਾਂ ਉਹ ਇਹਦੇ ਵਿੱਚ ਚੜ ਜਾਂਦਾ ਕਿ ਕਿਹਦੇ ਵਿੱਚ ਉਹਦਾ ਮਨੋਰੰਜਕ ਦੀ ਕਿਹੜੀ ਕੈਟਾਗਰੀ ਦੇ ਵਿੱਚ ਕੀ ਆ ਉਹਦਾ ਇੰਟਰਸਟ ਆ। ਔਰ ਕਲਾਤਮਕ, ਕਿੰਨਾ ਕੁ ਕਲਾਤਮਕ ਹੈ, ਠੀਕ ਹੈ, ਕਿੰਨਾ ਕੁ ਉਹਦੇ ਅੰਦਰ ਇਹਦਾ ਸ਼ੌਂਕ ਹੈ, ਰੁਚੀ। ਇਹ ਸਾਰਾ ਜਿਹੜਾ ਹੈ ਕਿਊਮੂਲੇਟਿਵ ਰਿਕਾਰਡ ਦੇ ਵਿੱਚ ਬੱਚੇ ਦੇ ਚੜ ਜਾਂਦਾ ਹੈ ਔਰ ਸਾਰਾ ਨੋਟ ਹੁੰਦਾ ਹੈ। ਹੁਣ ਸਭ ਨੇ ਕਿਆ ਕਰਨਾ ਹੈ, ਸਭ ਨੇ ਕੀ ਕਰਨਾ ਹੈ, ਇੱਕ ਤੁਹਾਡਾ ਨਿੰਮੀ ਮੌਕ ਟੈਸਟ ਆ, ਠੀਕ ਹੈ, ਸਾਰੇ ਬੱਚਿਆਂ ਨੇ ਡਾਊਨਲੋਡ ਕਰਨਾ ਹੈ ਨਿੰਮੀ ਮੌਕ ਟੈਸਟ ਐਪ। ਇਹ ਵਾਲੀ ਐਪ ਹੈ, ਤੁਹਾਡੇ ਕੋਲ ਪਿਕਚਰ ਦਿਖ ਰਹੀ ਹੈ, ਨਿੰਮੀ ਮੌਕ ਟੈਸਟ ਆਨਲਾਈਨ ਟੈਸਟ, ਠੀਕ ਹੈ। ਤੁਸੀਂ ਨਿੰਮੀ ਮੌਕ ਟੈਸਟ ਪਾਓਗੇ ਪਲੇ ਸਟੋਰ ਤੇ ਜਾ ਕੇ ਤਾਂ ਤੁਹਾਡੇ ਨਾ ਇਹ ਮੌਕ ਟੈਸਟ ਨਿਕਲੇਗਾ, ਤੁਸੀਂ ਇਹਨੂੰ ਡਾਊਨਲੋਡ ਕਰਨਾ ਹੈ। ਡਾਊਨਲੋਡ ਕਰਨ ਤੋਂ ਬਾਅਦ ਉਹਨੂੰ ਕੀ ਹੈ, ਤੁਸੀਂ ਆਪਣੀ ਆਈਡੀ ਵਗੈਰਾ ਬਣਾ ਲੈਣੀ ਹੈ ਔਰ ਉਹਦੇ ਉੱਪਰ ਕੀ ਹੈ, ਨਿਊ ਟੈਸਟ ਕਰਨਾ ਹੈ। ਨਿਊ ਟੈਸਟ ਕਰਦੇ ਹੋਏ ਤੁਸੀਂ ਸਿਲੈਕਟ ਕਰਨਾ ਹੈ ਨਿਊ ਟੈਸਟ, ਔਰ ਉਸ ਤੋਂ ਬਾਅਦ ਕੀ ਕਰਨਾ ਹੈ, ਉਸ ਤੋਂ ਬਾਅਦ ਉਹਦੇ ਉੱਪਰ ਆਪਣਾ ਸਾਰਾ ਟ੍ਰੇਡ ਸਿਲੈਕਟ ਕਰਨੇ ਹੈ, ਪੈਟਰਨ ਸਿਲੈਕਟ ਕਰਨਾ ਹੈ, ਸਿਲੈਕਟ ਐਨੂਅਲ ਸਿਸਟਮ, ਲੈਂਗੁਏਜ, ਔਰ ਕਿੰਨੇ ਕੁਐਸਚਨ 25 ਕੀ 50, ਇਹ ਤੁਸੀਂ ਸਭ ਨੇ ਟੈਸਟ ਕਰਕੇ ਵੇਖਣੇ ਆ। ਮੌਕ ਟੈਸਟ ਹੈ ਤੁਹਾਡੇ, ਔਰ ਇਹਦੇ ਨਾਲ ਕੀ ਹੈ, ਇੱਕ ਤਾਂ ਤੁਹਾਡੀ ਰਿਵੀਜ਼ਨ ਹੋ ਜਾਏਗੀ ਔਰ ਕੀ ਹੋਏਗਾ ਇਹਦੇ ਨਾਲ, ਇੱਕ ਤੁਹਾਨੂੰ ਪਤਾ ਲੱਗ ਜੂਗਾ ਕਿ ਤੁਹਾਨੂੰ ਕਿੰਨੀ ਕੁ ਹੋਰ ਜ਼ਿਆਦਾ ਪੜ੍ਹਨ ਦੀ ਲੋੜ ਹੈ, ਠੀਕ ਹੈ। ਹੁਣ ਜਿਵੇਂ ਤੁਹਾਡੀ ਟ੍ਰੇਡ ਆਂਦੀ ਹੈ ਐਮਬ੍ਰੋਇਡਰੀ ਜਾਂ ਨੀਡਲ ਵਰਕ, ਸਰਫੇਸ ornamentation, ਜਾਂ ਫਿਰ ਤੁਸੀਂ ਟੀਚਰ ਟ੍ਰੇਨਿੰਗ ਹੋ, ਤੁਸੀਂ ਆਪਣੀ ਟ੍ਰੇਡ ਸਿਲੈਕਟ ਕਰਨੀ ਹੈ, ਠੀਕ ਹੈ, ਆਪਣੀ ਟ੍ਰੇਡ ਸਿਲੈਕਟ ਕਰਨੀ ਹੈ। ਔਰ ਕੀ ਕਰਨਾ ਹੈ, ਆਪਣਾ ਐਨੂਅਲ ਤੁਸੀਂ ਪੇਪਰ ਟੈਸਟ ਕਰਨਾ ਚਾਹੁੰਦੇ ਹੋ ਕਿ ਸਮੈਸਟਰ ਵਾਈਜ਼ ਟੈਸਟ ਕਰਨਾ ਚਾਹੁੰਦੇ ਹੋ, ਤੁਸੀਂ ਉਹ ਸਿਲੈਕਟ ਕਰਨਾ ਪੈਟਰਨ ਨੂੰ। ਔਰ ਕੀ ਹੈ, ਤੁਸੀਂ ਆਪਣੇ ਜੋ ਹੈ ਕਿੰਨੇ ਕੁਐਸਚਨ ਦਾ ਟੈਸਟ ਦੇਣਾ, 25 ਦਾ ਦੇਣਾ, 50 ਦਾ ਦੇਣਾ, ਤੁਸੀਂ ਇਹ ਸਾਰੇ ਬੱਚੇ ਐਪ ਨੂੰ ਡਾਊਨਲੋਡ ਕਰੋ ਔਰ ਕੀ ਹੈ ਇਹਦੇ ਉੱਪਰ ਟੈਸਟ ਕਰਕੇ ਦੇਖੋ, ਤੁਹਾਨੂੰ ਪਤਾ ਲੱਗ ਜੂਗਾ ਤੁਹਾਡੀ ਪ੍ਰੋਗਰੈਸ ਕੀ ਹੈ, ਠੀਕ ਹੈ, ਔਰ ਤੁਹਾਨੂੰ ਕਿੰਨੀ ਕੁ ਨੌਲੇਜ ਦੀ ਲੋੜ ਹੈਗੀ ਆ ਹੋਰ, ਠੀਕ ਹੈ। ਸਭ ਨੇ ਨਿੰਮੀ ਆਨਲਾਈਨ ਮੌਕ ਟੈਸਟ ਜੋ ਡਾਊਨਲੋਡ ਕਰਨਾ ਹੈ ਔਰ ਇਹਦੇ ਉੱਪਰ ਆਪਣੀ ਪ੍ਰੋਗਰੈਸ ਦੇਖਣੀ ਹੈ ਕਿ ਅਸੀਂ ਆਪਣੀ ਸਟੱਡੀ ਦੇ ਵਿੱਚ ਕਿੰਨੇ ਕੁ ਪਰਫੈਕਟ ਆ ਔਰ ਕਿਹੜਾ ਟੌਪਿਕ ਸਾਨੂੰ ਨਹੀਂ ਆਉਂਦਾ, ਠੀਕ ਹੈ। ਇਹ ਸੀਗਾ ਅੱਜ ਦਾ ਮੇਰਾ ਚੈਪਟਰ ਸਕੂਲ ਰਿਕਾਰਡਸ ਐਂਡ ਰਜਿਸਟਰਸ ਦੇ ਉੱਪਰ। ਔਰ ਜੇ ਹੁਣ ਕਿਸੇ ਦੀ ਕੋਈ ਕੁਐਰੀ ਹੈ ਤਾਂ ਉਹ ਮੈਨੂੰ ਆਪਣੀ ਕੁਐਰੀ ਕਰ ਸਕਦਾ ਹੈ। ਕਿਸੇ ਬੱਚੇ ਦੇ ਰਿਗਾਰਡਿੰਗ ਕੋਈ ਕੁਐਸਚਨ ਹੋਣ ਆਪਣੇ ਕਰ ਸਕਦੇ ਹੋ। ਸਰ ਮੈਨੂੰ ਲੱਗਦਾ ਨਹੀਂ ਹੈ ਕਿ ਕਿਸੇ ਦਾ ਕੋਈ ਕੁਐਸਚਨ ਹੈਗਾ। ਹਾਂਜੀ ਮੈਡਮ, ਟਾਈਮ ਵੀ ਹੋ ਗਿਆ ਜੀ। ਹਾਂਜੀ ਠੀਕ ਹੈ ਸਰ।